ਚੋਪਈ ਮੋਨੇ ਕਰ ਆਹਾਰ ਨੇ ਖਾਨਾ, ਸਿਲਾ ਨ ਪੂਜੇ ਪਾਨ ਨ ਪਾਨਾ, ਬਰਨ ਆਸ਼ਰਮ ਕੀ ਰੀਤ ਵਿਰੋਧੀ, ਮਮ ਸਿੱਖ ਕਰੇ ਨਾ ਰਾਖੈ ਸੋਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ, ਤਿਆਗ ਅਨੁਰਾਗ ਦੀ ਮੂਰਤ, ਤੇਗ ਦੇ ਧਨੇ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਮੁਕੱਦਸ ਆਵਾਜ਼ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਨ, ਗੁਰੂ ਕੀ ਸਾਜੀ ਔਰ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਉਤਮ ਭਾਗ ਹਨ, ਧੰਤਾ ਦੇ ਯੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖ ਜਨਮ ਦਾ ਲਾਹਾ ਪ੍ਰਾਪਤ ਕਰਦੇ ਹੋ। ਬੜੇ ਪ੍ਰੇਮ ਸਹਿਤ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਗੁਰੂ ਕੇ ਸਿੱਖ ਨੇ ਪੂਜਾ ਦਾ ਜਿਹੜਾ ਧਾਨ ਹੈ ਉਹਦਾ ਲਾਲਚ ਨਹੀਂ ਕਰਨਾ। ਕੜਾਹ ਪ੍ਰਸ਼ਾਦ ਦੀ ਦੇਗ ਸਾਰਿਆਂ ਦੇ ਵਿੱਚ ਇੱਕ ਸਾਰ ਵਰਤਾਈ ਜਾਵੇ ਤੇ ਜਿੰਨੀ ਮਿਲੇ ਉਨੀ ਲੈ ਕੇ ਛਕ ਲੈਣੀ ਹੈ। ਇਹ ਲੋਭ ਲਾਲਚ ਮਨ ਵਿੱਚ ਨਹੀਂ ਲਿਆਉਣਾ। ਵਰਤਾਉਣ ਵਾਲੇ ਦੇ ਮਨ ਵਿੱਚ ਈਰਖਾ ਨਹੀਂ ਹੋਣੀ ਚਾਹੀਦੀ ਕਿ ਵਰਤਾਉਣ ਲੱਗਿਆ ਕਿਤੇ ਵੱਧ ਕਿਤੇ ਘੱਟ ਦਾ ਵਰਤਾਰਾ ਵਰਤਾਵੇ। ਇਕਸਾਰ ਵਰਤਾਇਆ ਜਾਣਾ ਚਾਹੀਦਾ ਹੈ। ਅਤੇ ਸਿੱਖ ਦਾ ਕੋਈ ਵੀ ਕਾਰਜ ਹੋਵੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ। ਆਟਾ, ਘਿਓ, ਚੀਨੀ ਆਦਿ ਸਾਰੇ ਇੱਕ ਬਰਾਬਰ ਮਾਤਰਾ ਵਿੱਚ ਲੈ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ। ਨਾਲ
ਗੁਰੂ ਸਾਹਿਬ ਦੇ ਸਨਮੁਖ ਖੜੇ ਹੋ ਕੇ ਅਰਦਾਸ ਕਰੇ ਤੇ ਜਿਸ ਕਾਰਜ ਲਈ ਅਰਦਾਸ ਕਰੇਗਾ, ਜੋ ਕਾਰਜ ਹੈ ਗੁਰੂ ਸਾਹਿਬ ਕਿਰਪਾ ਕਰਨਗੇ, ਕਾਰਜ ਸਫਲਾ ਹੋਵੇਗਾ, ਸਵਰ ਜਾਵੇਗਾ। ਜਦੋਂ ਸਮਾਂ ਜੋਗ ਜਾਣ ਕੇ ਗੁਰੂ ਕਿਆਂ ਪੰਜ ਸਿੱਖਾਂ ਨੂੰ ਗ੍ਰਹਿ ਵਿਖੇ ਬੁਲਾਵੇ, ਘਰ ਬੁਲਾ ਕੇ ਜਥਾ ਜੋਗ ਸੇਵਾ ਕਰੇ, ਭੋਜਨ ਛਕਾਵੇ, ਜਥਾ ਜੋਗ ਮਾਇਆ ਵਸਤਰ ਆਦਿਕ ਦੇ ਕੇ ਖੁਸ਼ੀ ਪ੍ਰਾਪਤ ਕਰੇ। ਸਿੱਖ ਨੇ ਕੇਸ ਨੂੰ ਗੁਰੂ ਕੀ ਮੋਹਰ ਕਰਕੇ ਜਾਣਨਾ ਹੈ। ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜਿਹੜਾ ਕੇਸਾਂ ਦੀ ਬੇਅਦਬੀ ਕਰੇ, ਕੇਸ ਕਟਾਵੇ, ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਪੁੱਤਰੀ ਦਾ ਰਿਸ਼ਤਾ ਕਰਨ ਲੱਗਿਆਂ ਧਿਆਨ ਰੱਖਣਾ ਹੈ, ਗੁਰਸਿੱਖ ਦੇ ਨਾਲ ਨਾਤਾ ਜੋੜਨਾ ਹੈ, ਗੁਰਸਿੱਖ ਨੂੰ ਭੋਜਨ ਛਕਾਉਣਾ ਹੈ। ਧੀ ਦਾ ਰਿਸ਼ਤਾ ਸਿੱਖ ਦੇ ਨਾਲ ਕਰਨਾ ਹੈ। ਰਿਸ਼ਤਾ ਕਰਨ ਲੱਗਿਆਂ ਪਿਤਾ ਦੀ ਗੋਤ, ਮਾਂ ਦੀ ਗੋਤ ਜਿਹੜੀ ਹੈ, ਨਾਨਕੇ ਦਾਦਕਿਆਂ ਦੀ ਗੋਤ ਨੂੰ ਛੱਡ ਕੇ ਬਾਕੀ ਗੁਰਸਿੱਖ ਪਰਿਵਾਰ, ਗੁਰਸਿੱਖ ਲੜਕਾ ਵੇਖ ਕੇ ਜਿਹੜਾ ਹੈ ਬੱਚੀ ਦਾ ਰਿਸ਼ਤਾ ਕੀਤਾ ਜਾਵੇ। ਔਰ ਕਿਸੇ ਵੀ ਪ੍ਰਕਾਰ ਦੇ ਵਹਿਮ ਕਰਮ ਕਾਂਡ ਵਿੱਚ ਗੁਰੂ ਕੇ ਸਿੱਖ ਨੇ ਨਹੀਂ ਪੈਣਾ। ਕੇਸਾਂ ਨੂੰ ਗੁਰੂ ਸਮਾਨ ਜਾਣਨਾ ਹੈ। ਜਿਵੇਂ ਗੁਰੂ ਸਾਹਿਬ ਦਾ ਅਦਬ ਸਤਿਕਾਰ ਕਰਨਾ ਹੈ, ਉਸੇ ਤਰ੍ਹਾਂ ਕੇਸਾਂ ਦਾ ਕਰਨਾ ਹੈ। ਜਿਹੜਾ ਕੇਸਾਂ ਦਾ ਸਤਿਕਾਰ ਨਹੀਂ ਕਰੇਗਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜਮਾਂ ਦੀ ਮਾਰ ਸਹੇਗਾ, ਨਰਕਾਂ 'ਚ ਪਵੇਗਾ। ਕੇਸਾਂ ਦਾ ਪੂਰਨ ਤੌਰ 'ਤੇ ਸਤਿਕਾਰ ਰੱਖਣਾ ਹੈ। ਔਰ ਵਿਆਹ ਦਾ ਕਾਰਜ ਕਰੇ, ਕੋਈ ਖੁਸ਼ੀ ਦਾ ਘਰ ਵਿੱਚ ਕਾਰਜ ਹੋਵੇ ਜਾਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਸ ਸਮੇਂ ਅਣਜਾਣੇ ਵਿੱਚ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ, ਉਹ ਭੁੱਲ ਨੂੰ ਜ਼ਰੂਰ ਬਖਸ਼ਾਉਣਾ ਕਰੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਸਿੱਖਿਆ ਦੇ ਕਰਕੇ ਗੁਰਸਿੱਖਾਂ ਨੂੰ ਸਮਝਾ ਰਹੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਮੋਨੇ ਕਰ ਆਹਾਰ ਨ ਖਾਨਾ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਮੋਨਾ ਹੋਵੇ, ਜਿਹਦੇ ਕੇਸ ਕੱਟੇ ਹੋਣ, ਜਿਹਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ, ਕੇਸ ਕਤਲ ਕੀਤੇ ਹੋਣ, ਉਹਦੇ ਹੱਥ ਦਾ ਖਾਣਾ ਨਹੀਂ ਖਾਣਾ। ਉਹਦੇ ਹੱਥੋਂ ਲੈ ਕੇ ਗੁਰੂ ਕੇ ਸਿੱਖ ਨੇ ਖਾਣਾ ਨਹੀਂ ਖਾਣਾ। ਸਿਲਾ ਨ ਪੂਜੇ ਪਾਨ ਨ ਪਾਨਾ। ਸਿੱਖ ਨੇ ਪੱਥਰ ਦੀ ਪੂਜਾ ਨਹੀਂ ਕਰਨੀ, ਨਾ ਠਾਕਰਾਂ ਦਾ ਚਰਨਾ ਅੰਮ੍ਰਿਤ ਲੈਣਾ, ਨਾ ਠਾਕੁਰਾਂ ਦੀ ਪੱਥਰਾਂ ਦੀ ਪੂਜਾ ਕਰਨੀ ਹੈ। ਗੁਰੂ ਕਾ ਸਿੱਖ ਸ਼ਬਦ ਦਾ ਪੁਜਾਰੀ ਹੈ, ਪੱਥਰ ਦਾ ਨਹੀਂ। ਸਿੱਖ ਪੱਥਰ ਪੂਜਕ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਖ ਨੇ ਪੱਥਰ ਨੂੰ ਨਹੀਂ ਪੂਜਣਾ, ਪੱਥਰ ਦੀ ਪੂਜਾ ਨਹੀਂ ਕਰਨੀ, ਠਾਕੁਰਾਂ ਦਾ ਚਰਨਾ ਅੰਮ੍ਰਿਤ ਨਹੀਂ ਲੈਣਾ, ਪਾਨ ਨਾ ਪਾਣਾ ਤੇ ਚਰਨਾ ਅੰਮ੍ਰਿਤ ਲੈ ਕੇ ਨਹੀਂ ਛਕਣਾ। ਬਰਨ ਆਸ਼ਰਮ ਕੀ ਰੀਤ ਬੇਰੋਦੀ। ਤੇ ਵਰਨ ਆਸ਼ਰਮ ਦੀ ਜਿਹੜੀ ਰੀਤ ਹੈ, ਜਾਤਾਂ ਦੀ ਵੰਡ ਹੈ, ਵਰਨ ਵੰਡ ਕੀਤੀ ਹੋਈ ਸੀ ਨਾ ਉਸ ਵਕਤ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ, ਸੰਸਾਰ ਦੇ ਹਾਲਾਤ ਇਹ ਬਣੇ ਹੋਏ ਸਨ, ਸੰਸਾਰ ਲੀਰੋ ਲੀਰ ਹੋਇਆ ਪਿਆ ਸੀ। ਦਵੈਸ਼ ਰੂਪੀ ਕੈਂਚੀ ਨੇ ਸੰਸਾਰ ਨੂੰ ਲੀਰੋ ਲੀਰ ਕੀਤਾ ਹੋਇਆ ਸੀ। ਦੋ ਵੱਡੇ ਫਿਰਕੇ ਸਨ,
ਮੁਸਲਮਾਨ ਤੇ ਹਿੰਦੂ। ਹੁਣ ਮੁਸਲਮਾਨ ਇਹ ਵੀ ਵੰਡੇ ਹੋਏ ਸਨ। ਇਹਨਾਂ ਦੇ ਵਿੱਚ ਇੱਕ ਫਿਰਕਾ ਇਹ ਸੀ ਕਾਜੀ ਮੌਲਾਣਿਆਂ ਦਾ, ਦੂਜਾ ਫਿਰਕਾ ਜਿਹੜੇ ਰਾਜ ਕਰਨ ਵਾਲੇ ਲੋਕ ਸਨ, ਤੀਜਾ ਫਿਰਕਾ ਉਹ ਸੀ ਕਿਰਤੀਆਂ ਦਾ, ਜਿਨ੍ਹਾਂ ਨੂੰ ਇਹ ਨੀਚ ਕਹਿੰਦੇ ਸਨ, ਨਾਈ, ਧੋਬੀ, ਲੁਹਾਰ, ਮੋਚੀ ਆਦਿਕ। ਤੇ ਹਿੰਦੂਆਂ ਦੇ ਵਿੱਚ ਵਰਨ ਵੰਡ ਪਈ ਹੋਈ ਸੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਇਹ ਚਾਰ ਤਰ੍ਹਾਂ ਦੀ ਵਰਨ ਵੰਡ ਸੀ, ਇਹ ਵੀ ਵੰਡੇ ਹੋਏ ਸਨ। ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਸੀ, ਉਹ ਵੱਖ-ਵੱਖ ਟੁਕੜਿਆਂ ਵਿੱਚ ਵੰਡੀ ਹੋਈ ਸੀ। ਤਾਂ ਹੀ ਤਾਂ ਬਾਰ-ਬਾਰ ਹਮਲਾਵਰ ਆਉਂਦਾ ਹੈ, ਭਾਰਤ 'ਤੇ ਹਮਲਾ ਕਰਦਾ ਹੈ, ਰਾਜ ਭਾਗ ਕਾਇਮ ਕਰਦਾ ਹੈ, ਲੁੱਟਦਾ ਹੈ, ਮਾਲ ਸੁਭਾਵ ਕੇ ਲੁੱਟ ਲੈ ਜਾਂਦਾ ਹੈ, ਕਿਉਂਕਿ ਸ਼ਕਤੀ ਖਿੰਡੀ ਹੋਈ ਹੈ, ਸ਼ਕਤੀ ਵੰਡੀ ਹੋਈ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ, ਸਭ ਤੋਂ ਪਹਿਲਾ ਕੰਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵੱਖ-ਵੱਖ ਟੁਕੜਿਆਂ ਵਿੱਚ ਜਿਹੜੀ ਜਾਤਾਂ ਦੇ ਆਧਾਰ 'ਤੇ ਲੋਕ ਵੰਡੇ ਹੋਏ ਸਨ, ਉਹ ਵੰਡੇ ਹੋਏ ਸ਼ਕਤੀ ਨੂੰ ਇੱਕ ਕਰਨ ਦਾ ਪਹਿਲਾ ਕੰਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀਤਾ। ਯੂਨਿਟੀ ਆਫ ਰਿਐਲਿਟੀ ਦਾ ਜਿਹੜਾ ਵਿਚਾਰ ਹੈ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਨੂੰ ਦਿੱਤਾ, ਜਿਸ ਨੂੰ ਉਹਨਾਂ ਨੇ ਇੱਕ ਓਅੰਕਾਰ ਦੇ ਰਾਹੀਂ ਦ੍ਰਿੜ ਕਰਵਾਇਆ। ਸੰਸਾਰ ਨੂੰ ਇੱਕ ਸੂਤ ਵਿੱਚ ਪਰੋਣਾ ਕੀਤਾ। ਔਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਵਰਨ ਵੰਡ ਹੈ, ਵਰਨਾਸ਼ਰਮ ਕੀ ਰੀਤ ਵਿਰੋਧੀ, ਜਿਹੜੀ ਜਾਤ ਪਾਤ ਤੇ ਵੰਡ ਪਾਉਂਦੀ ਹੈ, ਇਹ ਵਿਰੋਧ ਪੈਦਾ ਕਰਦੀ ਹੈ। ਆਪਸੀ ਭਾਈਚਾਰਕ ਸਾਂਝ ਇਹਦੇ ਨਾਲ ਖਤਮ ਹੁੰਦੀ ਹੈ, ਆਪਸ ਦੇ ਵਿੱਚ ਵਿਰੋਧ ਪੈਦਾ ਕਰਦੀ ਹੈ। ਮਮ ਸਿੱਖ ਕਰੇ ਨਾ ਰਾਖੇ ਸੋਧੀ, ਤੇ ਇਹ ਮੇਰਾ ਸਿੱਖ ਇਸ ਰੀਤੀ ਨੂੰ ਧਾਰਨ ਨਾ ਕਰੇ। ਇਸ ਰੀਤੀ ਨੂੰ ਸਿੱਖ ਨੇ ਧਾਰਨ ਨਹੀਂ ਕਰਨਾ, ਤੇ ਇਸ ਗੱਲ ਦੀ ਤਕੜਾਈ ਰੱਖਣੀ ਹੈ, ਇਹ ਗੱਲ ਤੇ ਪੂਰਨ ਪਹਿਰਾ ਦੇਣਾ। ਸਿੱਖ ਨੇ ਜਾਤ ਪਾਤ ਦੇ ਵਿੱਚ ਨਹੀਂ ਪੈਣਾ, ਇਹਨਾਂ ਵੰਡੀਆਂ ਵਿੱਚ ਨਹੀਂ ਪੈਣਾ, ਇਹ ਰੀਤੀ ਨੂੰ ਧਾਰਨ ਨਹੀਂ ਕਰਨਾ। ਦੋਹਰਾ ਬਹੁਤ ਕਰਮ ਸੰਸਾਰ ਕੋ, ਪਿਤਾ ਪਿਤਾਮਾ ਦੇਵ। ਸੰਸਾਰ ਦੇ ਵਿੱਚ ਦੁਨੀਆ ਦੇ ਲੋਕ ਵੇਖੋ ਵੇਖੀ ਬੜੇ ਕਰਮ ਕਾਂਡ ਕਰ ਰਹੇ ਨੇ। ਸੰਸਾਰ ਕਰਮ ਕਾਂਡਾਂ ਵਿੱਚ ਫਸਿਆ ਹੋਇਆ। ਕੋਈ ਕਹਿੰਦਾ ਜੀ ਇਹ ਕਰਮ ਮੇਰਾ ਪਿਤਾ ਕਰਦਾ ਸੀ, ਮੇਰਾ ਦਾਦਾ ਕਰਦਾ ਸੀ, ਜਾਂ ਦੇਵਤਿਆਂ ਨੇ ਆਹ ਕਰਮ ਕਰਨ ਵਾਸਤੇ ਕਿਹਾ। ਸੰਸਾਰ ਇਹਦੇ ਵਿੱਚ ਪਿਆ ਹੋਇਆ। ਤੇ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸਿੱਖ ਨੇ ਇਹ ਕਰਨਾ ਹੈ, ਨਿਰਵਾਣ ਕੀਰਤਨੋਂ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ ਹੈ। ਇਸ ਕਰਕੇ ਸੰਸਾਰ ਦੇ ਵਿੱਚ ਜਿਹੜੇ ਵੱਡ ਵਡੇਰਿਆਂ ਤੋਂ ਤੁਰੀ ਆਉਂਦੀ ਰੀਤ ਹੈ, ਵੇਖੋ ਵੇਖੇ ਵਾਲੀ, ਕਿ ਪਿਤਾ ਕਰ ਰਿਹਾ ਸੀ, ਦਾਦਾ ਕਰ ਰਿਹਾ ਸੀ, ਦੇਵਤਿਆਂ ਨੇ ਕਰਨ ਵਾਸਤੇ ਕਿਹਾ ਹੈ, ਇਹੋ ਜਿਹੇ ਕਰਮਾਂ ਵਿੱਚ ਜਿਹੜਾ ਸੰਸਾਰ ਪਿਆ ਹੋਇਆ ਹੈ। ਨੈ ਮਾਨੈ ਸਿੱਖ ਸੀਖ ਲੈ, ਰਖ ਪਰੋਸ ਗੁਰਦੇਵ। ਤੇ ਗੁਰੂ ਕੇ ਸਿੱਖ ਨੇ ਜਿਹੜੀ ਇਹ ਲੋਕਾਚਾਰ ਦੀ ਤੇ ਕੁੱਲ ਦੀ ਰੀਤ ਹੈ, ਦੇਵਤਿਆਂ ਦਾ ਪੂਜਨ ਹੈ। ਇੱਕ ਤਾਂ ਲੋਕ ਰੀਤ ਹੈ, ਇਹ ਲੋਕ ਕਰ ਰਹੇ ਨੇ, ਮੈਂ ਵੀ ਉਹਦੇ ਮਗਰ ਹੀ ਤੁਰਨਾ। ਲੋਕਾਂ ਨੂੰ ਵੇਖੋ ਵੇਖੀ ਕਰੀ ਜਾ ਰਹੇ ਹਾਂ। ਔਰ ਜਾਂ ਫਿਰ ਕੁੱਲ ਰੀਤੀ ਹੈ, ਕੁੱਲ ਚੋਂ ਤੁਰੀ ਆ ਰਹੀ ਹੈ, ਵੱਡ ਵਡੇਰੇ ਕਰਦੇ ਆਏ ਨੇ, ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਕੀ ਹੈ ਇਹਦੇ ਪਿੱਛੇ, ਅਸਲ ਤੱਥ ਕੀ ਹੈ, ਸੱਚਾਈ ਕੀ ਹੈ। ਜਾਂ ਲੋਕ ਰੀਤੀਆਂ ਵੇਖੋ ਵੇਖੀ ਕਰੀ ਜਾ ਰਹੇ ਹਾਂ, ਜਾਂ ਕੁੱਲ ਰੀਤੀ ਵੱਡ ਵਡੇਰਿਆਂ ਦੀ ਜਿਹੜੀ ਤੁਰੀ ਆ ਰਹੀ ਉਹਨੂੰ ਕਰੀ ਜਾ ਰਹੇ ਹਾਂ। ਦੇਵਤਿਆਂ ਦਾ ਪੂਜਨ ਆਦਿਕ ਜਿਹੜਾ ਗੁਰੂ ਕੇ ਸਿੱਖ ਨੇ ਗੁਰੂ ਤੇ ਪੂਰਨ ਭਰੋਸਾ ਰੱਖਣਾ।
ਗੁਰੂ ਕੇ ਸਿੱਖ ਨੇ ਇਹ ਰੀਤਾਂ ਨਹੀਂ ਕਰਨੀਆਂ। ਦੇਵਤੇ ਨਹੀਂ ਪੂਜਣੇ, ਲੋਕ ਰੀਤੀਆਂ ਨਹੀਂ ਕਰਨੀਆਂ। ਕੁੱਲ ਰੀਤੀਆਂ ਦਾ ਤਿਆਗ ਕਰਕੇ ਕੇਵਲ ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਭਰੋਸਾ ਰੱਖਣਾ ਹੈ। ਜੋ ਗੁਰ ਕੇ ਘਰ ਜਨਮਿਓ ਬੜੈ ਕਹੇ ਜੈ ਬੇਦ। ਤੇ ਜਿਹੜਾ ਗੁਰੂ ਘਰ ਦੇ ਵਿੱਚ ਜਨਮਿਆ, ਗੁਰੂ ਕੁੱਲ ਵਿੱਚੋਂ ਹੈ, ਉਹਨੂੰ ਵੱਡੇ ਥਾਂ ਤੇ ਜਾਣਨਾ ਹੈ। ਇਹ ਵੇਦ ਸ਼ਾਸਤਰ ਜਿਹੜੇ ਧਰਮ ਗ੍ਰੰਥ ਵੀ ਕਹਿੰਦੇ ਨੇ ਇਹ ਗੱਲ। ਜਿਸ ਤਰ੍ਹਾਂ ਗੁਰੂ ਘਰ ਦੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਗੁਰੂ ਕੁੱਲ ਦੇ ਵਿੱਚੋਂ ਨੇ, ਉਹਨਾਂ ਦਾ ਅਦਬ ਸਤਿਕਾਰ ਕਰਨਾ, ਉਹਨਾਂ ਨੂੰ ਵੱਡੀ ਥਾਂ ਤੇ ਕਰਕੇ ਜਾਣਨਾ ਹੈ। ਤਪੀ ਜਪੀ ਦਾਨੀ ਭੂਪ ਦਿਜ ਇਨਕੋ ਦਏ ਨਾ ਖੇਦ। ਤਪੀ ਤਪ ਸਾਧਨਾ ਵਾਲੇ ਜਿਹੜੇ ਤਪ ਕਰਦੇ ਨੇ, ਜਿਹੜਾ ਅੰਦਰੋਂ ਵਾਹਿਗੁਰੂ ਪਰਮੇਸ਼ਰ ਨਾਲ ਜੁੜਿਆ ਹੋਵੇ, ਇਹ ਨਾ ਹੋਵੇ ਕਿ ਕੇਵਲ ਪਖੰਡ ਦੀ ਮਾਤਰ ਹੀ ਹੋਵੇ, ਤਪ ਸਾਧ ਰਿਹਾ ਹੋਵੇ। ਤਪੀ ਜਿਹੜੇ ਤਪ ਕਰਨ ਵਾਲੇ ਨੇ, ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਿਹੜੇ ਜਪੀ ਹਨ, ਵਾਹਿਗੁਰੂ ਪਰਮੇਸ਼ਰ ਨੂੰ ਜਪਣ ਵਾਲੇ, ਦਾਨੀ ਦਾਨ ਕਰਨ ਵਾਲੇ, ਜਿਹੜੇ ਮਨ ਦੇ ਅੰਦਰ ਕੋਈ ਕਾਮਨਾ ਨਹੀਂ ਰੱਖਦੇ ਦਾਨ ਕਰਨ ਲੱਗਿਆਂ। ਨਹੀਂ ਤਾਂ ਦਾਨੀ ਉਹ ਵੀ ਵੇਖਦਾ ਕਿ ਮੈਂ ਦਾਨ ਕਰਾਂ ਤੇ ਸੰਸਾਰ ਦੇ ਲੋਕ ਮੈਨੂੰ ਵੇਖ ਕੇ ਇਹ ਕਹਿਣ ਵੀ ਫਲਾਣਾ ਬੜਾ ਦਾਨੀ ਹੈ। ਵਡਿਆਈ ਦੀ ਚਾਹਤ ਮਨ ਵਿੱਚ ਰੱਖਣੀ ਕਿ ਲੋਕ ਮੇਰੀ ਉਪਮਾ ਕਰਨ, ਜਾਂ ਉਹਦੇ ਪਿੱਛੇ ਕੋਈ ਭਾਵਨਾ ਹੋਣੀ ਮੈਂ ਆਹ ਦਾਨ ਕਰਾਂ ਮੈਨੂੰ ਆਹ ਮਿਲ ਜਾਵੇ। ਸਾਹਿਬ ਜੀ ਕਹਿੰਦੇ ਜਿਹੜੇ ਨਿਰਕਾਮਨਾ ਹੋ ਕੇ ਮਨ ਅੰਦਰ ਕੋਈ ਕਾਮਨਾ ਨਹੀਂ ਰੱਖਦੇ, ਜਿਹੜੇ ਦਾਨ ਕਰਨ ਵਾਲੇ ਦਾਨੀ ਹਨ। ਅਤੇ ਭੂਪ ਕਹਿੰਦੇ ਨੇ ਰਾਜੇ ਨੂੰ, ਜਿਹੜਾ ਧਰਮੀ ਰਾਜਾ ਹੈ, ਜਿਹੜਾ ਪ੍ਰਜਾ ਨੂੰ ਸੁੱਖ ਦੇਣ ਵਾਲਾ ਹੈ, ਪ੍ਰਜਾ ਦੇ ਬਾਰੇ ਸੋਚਦਾ ਹੈ, ਚੰਗਾ ਰਾਜ ਕਰਦਾ ਹੈ, ਐਸਾ ਜਿਹੜਾ ਉਹ ਰਾਜਾ ਹੈ। ਦਿਜ ਬ੍ਰਾਹਮਣ ਵੀ ਵਿਖਾਵੇ ਦਾ ਬ੍ਰਾਹਮਣ ਨਾ ਹੋਵੇ, ਪਖੰਡੀ ਨਾ ਹੋਵੇ ਕਿ ਧਨ ਦਾ ਲੋਭੀ ਹੋਵੇ ਤੇ ਲੋਕਾਂ ਨੂੰ ਕਰਾਹੇ ਪਾਈ ਜਾਵੇ। ਬ੍ਰਾਹਮਣ ਉਹ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅੰਦਰੋਂ ਜੁੜਿਆ ਹੋਇਆ, ਜਿਹਦੀ ਬਿਰਤੀ, ਜਿਹਦੀ ਭਾਵਨਾ ਠੀਕ ਹੈ। ਕਹਿੰਦੇ ਐਸੇ ਜਿਹੜੇ ਇਹ ਹਨ, ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਦੇਣਾ। ਰੋਵੈ ਬੇਦੀ ਬੇਦ ਬਿਨ ਰੋਵੈ ਪਾਪੀ ਲੋਗ। ਵੇਦ ਦੇ ਗਿਆਤਾ ਸਿਧਾਂਤ ਤੋਂ ਬਿਨਾਂ ਰੋਂਦੇ ਹਨ, ਪੰਡਤ ਰੋਵੈ ਗਿਆਨ ਗਵਾਏ। ਸਿਧਾਂਤ ਤੋਂ ਬਿਨਾਂ ਤੇ ਪੰਡਤ ਨੇ ਵੇਦ ਪੜ੍ਹ ਲਏ ਤੇ ਪੱਲੇ ਗਿਆਨ ਨਹੀਂ ਪਿਆ, ਗਿਆਨ ਤੋਂ ਸਖਣਾ ਹੈ ਤੇ ਕਹਿੰਦੇ ਉਹ ਰੋਂਦਾ ਹੈ, ਰੋਣਾ ਹੀ ਉਹਦੇ ਪੱਲੇ ਵਿੱਚ। ਇਸ ਕਰਕੇ ਸਿਧਾਂਤ ਤੋਂ ਬਿਨਾਂ ਵੇਦ ਦੇ ਗਿਆਤਾ ਰੋਂਦੇ ਨੇ, ਤੇ ਜਾਂ ਪਾਪ ਕਰਨ ਵਾਲੇ ਜਿਹੜੇ ਪਾਪੀ ਲੋਕ ਨੇ ਉਹ ਰੋਂਦੇ ਹਨ। ਵੇ ਮੁਖ ਗੁਰ ਫਿਟਕਾਰਿਆ ਰੋਵੈ ਦੀਰਘ ਰੋਗ। ਤੇ ਜਿਹੜਾ ਬੇਮੁਖ ਹੈ ਗੁਰੂ ਤੋਂ, ਗੁਰੂ ਦਾ ਫਿਟਕਾਰਿਆ ਹੋਇਆ ਹੈ, ਗੁਰੂ ਬਾਬਾ ਫਿਟਕੇ ਸੇ ਫਿੱਟੇ, ਜਿਹੜੇ ਗੁਰੂ ਵੱਲੋਂ ਫਟਕਾਰੇ ਹੋਏ ਨੇ। ਕਹਿੰਦੇ ਗੁਰੂ ਤੋਂ ਬੇਮੁਖ ਨੇ, ਗੁਰੂ ਵੱਲੋਂ ਫਟਕਾਰੇ ਹੋਏ ਨੇ। ਜਿਵੇਂ ਵੱਡੇ ਰੋਗ, ਕੋੜ ਦਾ ਰੋਗੀ ਕਰਲਾਉਂਦਾ ਨਾ, ਕਹਿੰਦਾ ਉਹਦੇ ਵਾਂਗ ਕਰਲਾਉਂਦੇ ਨੇ। ਉਹ ਕੋੜ ਦੇ ਰੋਗੀ ਦੇ ਸਮਾਨ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ, ਕਰਲਾਉਂਦੇ ਹਨ, ਰੋਂਦੇ ਹਨ। ਮੇਰੇ ਘਰ ਜੋ ਆਇਓ ਗੁਰੂ ਸ਼ਬਦ ਕਰ ਹੇਤ। ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਮੇਰੇ ਘਰ ਵਿੱਚ ਆਉਂਦਾ, ਜਿਹੜਾ ਗੁਰੂ ਘਰ ਦੇ ਵਿੱਚ ਆਉਣ ਵਾਲਾ ਗੁਰੂ ਕਾ ਸਿੱਖ ਹੈ, ਉਹਨੇ ਸ਼ਬਦ ਦੇ ਨਾਲ ਪ੍ਰੇਮ ਕਰਨਾ ਹੈ, ਸ਼ਬਦ ਨਾਲ ਪ੍ਰੀਤੀ ਕਰਨੀ ਹੈ, ਸ਼ਬਦ ਨਾਲ ਸੁਰਤ ਨੂੰ ਜੋੜਨਾ ਹੈ, ਸ਼ਬਦ ਨਾਲ ਪ੍ਰੇਮ ਵਧਾਉਣਾ ਹੈ। ਲੋਕ ਰੀਤੀਆਂ, ਕਰਮ ਕਾਂਡ, ਪੱਥਰਾਂ ਦੀ ਪੂਜਾ ਛੱਡ ਕੇ ਹਰ ਤਰ੍ਹਾਂ ਦੇ ਕਰਮ ਕਾਂਡਾਂ ਵਿੱਚੋਂ ਨਿਕਲ ਕਰਕੇ ਕੇਵਲ ਤੇ ਕੇਵਲ ਗੁਰੂ ਕੇ ਸਿੱਖ ਨੇ ਸ਼ਬਦ ਦੇ ਨਾਲ ਜੁੜਨਾ ਹੈ, ਸ਼ਬਦ ਨਾਲ ਪ੍ਰੇਮ ਜਿਹੜਾ ਹੈ ਉਹ ਪਾਉਣਾ ਹੈ। ਗੁਰ ਸਿੱਖਿਆ ਸੁਣ ਧਾਰੀਐ ਰਹਿਣੀ ਰਹੇ ਸੁਚੇਤ। ਤੇ ਗੁਰੂ ਦੇ ਸਿੱਖਿਆ ਨੂੰ ਸੁਣ ਕੇ ਹਿਰਦੇ ਦੇ ਵਿੱਚ ਧਾਰਨ ਕਰਨਾ, ਰਹਿਣੀ ਰਹਿ ਸੁਚੇਤ, ਤੇ ਸੁਚੇਤ ਹੋ ਕੇ ਸਿੱਖ ਨੇ ਰਹਿਤ ਰੱਖਣੀ ਹੈ।
ਪਾਤਸ਼ਾਹ ਜੀ ਨੇ ਕਿਹਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਗੁਰੂ ਕੇ ਸਿੱਖ ਨੇ ਰਹਿਤ ਵਿੱਚ ਪਰਪੱਕ ਰਹਿਣਾ ਹੈ, ਰਹਿਤ ਰੱਖਣੀ ਹੈ। ਜੋ ਭਈ ਮੈਂ ਬਖਸ਼ੂੰਗਾ ਦਿਓ ਪਦ ਸੋਏ। ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਸਿੱਖ ਰਹਿਤ ਦਾ ਧਾਰਨੀ ਹੋਵੇਗਾ, ਜਿਹੜਾ ਸਿੱਖ ਗੁਰੂ ਕੀ ਸਿੱਖਿਆ ਨੂੰ ਧਾਰਨ ਕਰੇਗਾ ਹਿਰਦੇ ਦੇ ਵਿੱਚ, ਮੈਂ ਉਸ ਸਿੱਖ ਨੂੰ ਐਸੀ ਉਹ ਉੱਚ ਪਦਵੀ ਦੀ ਦਾਤ ਬਖਸ਼ਾਂਗਾ ਜਹਾਂ ਨ ਪਹੁੰਚ ਸਕੇ ਕਬ ਕੋਏ। ਕਹਿਣ ਲੱਗੇ, ਜਿੱਥੇ ਕੋਈ ਵੀ ਦੁਨੀਆ ਦਾ ਮਨੁੱਖ ਪਹੁੰਚ ਨਹੀਂ ਸਕਦਾ। ਜਿਹੜਾ ਸਿੱਖ ਰਹਿਤ ਬਹਿਤ ਵਿੱਚ ਪਰਪੱਕ ਹੈ, ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਹੈ, ਐਸੇ ਗੁਰੂ ਕੇ ਸਿੱਖ ਨੂੰ ਪਾਤਸ਼ਾਹ ਜੀ ਕਹਿੰਦੇ, ਮੈਂ ਉੱਚ ਪਦਵੀ ਬਖਸ਼ਾਂਗਾ ਜਿਸ ਪਦਵੀ ਦੇ ਉੱਪਰ ਕੋਈ ਵੀ ਪਹੁੰਚ ਨਹੀਂ ਸਕਿਆ ਅੱਜ ਤੱਕ। ਸ਼ੰਕਰ ਦੱਤ ਰਾਮਾਨੁਜ ਨਾਈ। ਸ਼ੰਕਰ ਸ਼ਿਵ ਜੀ ਤੇ ਤ੍ਰਿਆ ਦੱਤ ਰਾਮਾਨੁਜ ਆਦਿਕ ਜਿਹੜੇ ਨੇ, ਕਹਿੰਦੇ ਇਹ ਵੀ ਉਸ ਪਦਵੀ ਤੇ ਨਹੀਂ ਪਹੁੰਚ ਸਕੇ, ਉਹ ਪਦਵੀ ਸਿੱਖ ਨੂੰ ਬਖਸ਼ਾਂਗਾ। ਗੋਰਖ ਮੁਹੰਮਦ ਪਹੁੰਚ ਨ ਤਾਈ। ਹੁਣ ਗੋਰਖ ਹੈ ਸਿੱਧਾਂ ਦੇ ਵਿੱਚੋਂ, ਤੇ ਮੁਹੰਮਦ ਸਾਹਿਬ ਨੇ, ਕਹਿੰਦੇ ਇਹ ਵੀ ਉਹ ਪਦਵੀ ਪ੍ਰਾਪਤ ਨਹੀਂ ਕਰ ਸਕੇ ਜਿਹੜੀ ਪਦਵੀ ਮੈਂ ਸਿੱਖ ਨੂੰ ਬਖਸ਼ਾਂਗਾ। ਜਥਾ ਤਰਨ ਪਰ ਬਰਖਾ ਬਰਸੈ। ਕਹਿੰਦੇ ਜਿਵੇਂ ਧਰਤੀ ਦੇ ਉੱਪਰ ਵਰਖਾ ਹੁੰਦੀ ਹੈ, ਬਾਦਲ ਵਰਸਦੇ ਨੇ, ਜਦੋਂ ਧਰਤੀ ਦੇ ਉੱਪਰ ਜਿਹੜੀ ਭਰਪੂਰ ਵਰਖਾ ਹੁੰਦੀ ਹੈ, ਖੇਤੀ ਖੂਬ ਉਗੇ ਫਲ ਸਰਸੈ। ਤੇ ਫਿਰ ਬਹੁਤ ਖੂਬ ਖੇਤੀ ਹੁੰਦੀ ਹੈ, ਰਸ ਦੇ ਸਹਿਤ ਫਿਰ ਫਲ ਤੇ ਫੁੱਲ ਲੱਗਦੇ ਨੇ। ਖੇਤੀ ਨੂੰ ਫਲ ਤੇ ਫੁੱਲ ਫਿਰ ਰਸ ਦੇ ਸਹਿਤ ਲੱਗਦੇ ਨੇ। ਸਰਸੈ ਤੋਂ ਭਾਵ ਰਸ ਦੇ ਸਹਿਤ। ਹੁਣ ਮੌਸਮ ਜਿਹੜਾ ਚੱਲ ਰਿਹਾ, ਬਰਸਾਤ ਦਾ ਮੌਸਮ ਹੈ, ਬਰਸਾਤ ਪੈ ਰਹੀ ਹੈ, ਚਾਰੇ ਪਾਸੇ ਬਨਸਪਤੀ ਬੜੀ ਹਰਿਆਵਲ ਹੈ, ਖੜਾਓ ਵਿੱਚ ਆਈ ਹੋਈ ਹੈ, ਫਸਲਾਂ ਲਹਿਰਾ ਰਹੀਆਂ ਨੇ। ਪਾਤਸ਼ਾਹ ਜੀ ਕਿਵੇਂ ਕਹਿੰਦੇ, ਜਿਵੇਂ ਵਰਖਾ ਹੋਣ ਦੇ ਨਾਲ ਧਰਤੀ ਤੇ ਵਰਖਾ ਪੈਂਦੀ ਹੈ, ਉਸ ਵਰਖਾ ਦੇ ਨਾਲ ਜਿਹੜੀ ਖੇਤੀ ਖੂਬ ਹੁੰਦੀ ਹੈ, ਫਲ ਤੇ ਫੁੱਲ ਰਸ ਦੇ ਸਹਿਤ ਹੁੰਦੇ ਹਨ। ਤਿਉ ਗੁਰ ਸਨਮੁਖ ਸਗਰੇ ਧਰਮ। ਤੇ ਇਸੇ ਤਰ੍ਹਾਂ ਗੁਰੂ ਦੇ ਸਨਮੁਖ ਜਿਹੜਾ ਧਰਮ ਹੈ, ਉਹ ਫਲਦਾ ਤੇ ਫੁੱਲਦਾ ਹੈ। ਜਿਵੇਂ ਵਰਖਾ ਹੋਣ ਦੇ ਨਾਲ ਫਸਲਾਂ ਫਲਦੀਆਂ ਤੇ ਫੁੱਲਦੀਆਂ ਨੇ, ਉਸੇ ਤਰ੍ਹਾਂ ਧਰਮ ਜਿਹੜਾ ਗੁਰੂ ਦੇ ਸਨਮੁਖ, ਫਿਰ ਧਰਮ ਜਿਹੜਾ ਉਹ ਫਲਦਾ ਤੇ ਫੁੱਲਦਾ ਹੈ। ਕਹੇ ਗੁਰੂ ਫਲ ਦੇ ਬਿਨ ਭਰਮ। ਤੇ ਕਹੇ ਗੁਰੂ ਫਲ ਦੇ ਬਿਨ ਭਰਮ, ਤੇ ਭਰਮ ਤੋਂ ਬਿਨਾ ਬਹੁਤ ਫਲਦੇ ਹਨ, ਐਸਾ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਕਿ ਜਿਹੜਾ ਧਰਮ ਕਮਾਉਣ ਵਾਲਾ ਧਰਮੀ ਪੁਰਸ਼ ਹੈ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਜਦੋਂ ਧਰਮ ਕਮਾਉਂਦਾ ਹੈ, ਤੇ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹ ਧਰਮ ਬਿਨਾ ਭਰਮ ਤੋਂ ਫਲਦਾ ਹੈ। ਕਯੋ ਮੁਕਤੀ ਨਾਮਾ ਸੁਨ ਪਿਆਰੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਐ ਗੁਰਸਿੱਖ ਪਿਆਰਿਓ, ਇਹ ਮੁਕਤੀ ਨਾਮਾ ਜੋ ਅਸੀਂ ਉਚਾਰਨ ਕੀਤਾ ਹੈ, ਨਹਾਏ ਮੁਕਤ ਸਰ ਇਸੈ ਉਚਾਰੇ। ਮੁਕਤੀ ਦੇ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਸਤ ਸੰਗਤ ਕੀ ਹੈ? ਇਹ ਮੁਕਤੀ ਰੂਪ ਸਰੋਵਰ ਹੈ। ਇੱਕ ਸਰੋਵਰ ਬਾਹਰ ਜਲ ਦਾ ਭਰਿਆ, ਆਪਾਂ ਇਸ਼ਨਾਨ ਕਰਦੇ ਹਾਂ, ਉੱਥੇ ਤਨ ਦਾ ਇਸ਼ਨਾਨ ਹੈ, ਤੇ ਸਤ ਸੰਗਤ ਰੂਪੀ ਜਿਹੜਾ ਸਰੋਵਰ ਹੈ, ਇਹ ਮੁਕਤੀ ਦਾ ਸਰੋਵਰ ਹੈ, ਇੱਥੇ ਮਨ ਦਾ ਇਸ਼ਨਾਨ ਹੈ। ਸਤ ਸੰਗਤ ਰੂਪੀ ਮੁਕਤੀ ਰੂਪ ਸਰੋਵਰ ਦੇ ਵਿੱਚ ਜੁੜ ਕੇ ਇਸ਼ਨਾਨ ਕਰਨਾ ਹੈ। ਬੁਰੇ ਕਰਮ ਤੇ ਸੋ ਛੁੱਟ ਜਾਏ। ਜਿਹੜਾ ਇਸ ਮੁਕਤੀ ਨਾਮੇ ਦੀ ਸਿੱਖਿਆ ਨੂੰ ਧਾਰਨ ਕਰੇਗਾ ਔਰ ਸਤ ਸੰਗਤ ਵਿੱਚ ਜੁੜ ਕੇ ਇਹਨੂੰ ਸਰਵਣ ਕਰੇਗਾ, ਸਾਹਿਬ ਜੀ ਕਹਿੰਦੇ ਬੁਰੇ ਕਰਮਾਂ ਤੋਂ ਬਚ ਜਾਏਗਾ। ਉਹ ਫਿਰ ਬੁਰੇ ਕਰਮ ਨਹੀਂ ਕਰੇਗਾ, ਕੀਤੇ ਹੋਏ ਕਰਮ ਵੀ ਉਹਦੇ ਖਤਮ ਹੋ ਜਾਣਗੇ, ਬੁਰੇ ਕੀਤੇ ਹੋਏ, ਤੇ ਅਗਾਂਹ ਲਈ ਵੀ ਬੁਰੇ ਕਰਮ ਕਰਨ ਤੋਂ ਬਚ ਜਾਵੇਗਾ। ਮਰ ਕਰ ਗੁਰ ਕੇ ਸਦਨ ਸਿਧਾਏ। ਤੇ ਜਦੋਂ ਸਰੀਰ ਦਾ ਤਿਆਗ ਕਰੇਗਾ, ਜਦੋਂ ਇਸ ਪੰਜ ਭੂਤਕ ਸਰੀਰ ਦਾ ਤਿਆਗ ਕਰੇਗਾ,
ਤੇ ਇਹ ਲੋਕ ਨੂੰ ਛੱਡ ਕਰਕੇ ਫਿਰ ਗੁਰਪੁਰੀ ਸਿਧਾਰੇ, ਗੁਰਪੁਰੀ ਨੂੰ ਪ੍ਰਾਪਤ ਹੋਵੇਗਾ। ਗੁਰ ਕੇ ਬਾਕ ਰਹਿਤ ਇਹ ਕਈ। ਗੁਰੂ ਪਾਤਸ਼ਾਹ ਜੀ ਦੇ ਜਿਹੜੇ ਇਹ ਬਚਨ ਨੇ, ਜਿਹੜੇ ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਹੇ, ਇਹ ਰਹਿਤ ਗੁਰਸਿੱਖਾਂ ਨੂੰ ਦ੍ਰਿੜ ਕਰਵਾਈ ਹੈ। ਛੋਟੇ 84 ਜਿਨ ਇਹ ਲਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਨਨੇ ਗੁਰੂ ਸਾਹਿਬ ਜੀ ਦੇ ਪਾਵਨ ਜਿਹੜੇ ਬਚਨ ਨੇ, ਜਿਹੜੀ ਰਹਿਤ ਦ੍ਰਿੜ ਕਰਵਾਈ ਹੈ, ਜਿਹੜਾ ਇਹਨਾਂ ਨੂੰ ਸੁਣਦਾ ਧਾਰਨ ਕਰਦਾ, ਉਹਦੀ 84 ਕੱਟੀ ਜਾਂਦੀ ਹੈ। 84 ਵਿੱਚ ਨਹੀਂ ਪੈਣਾ ਪੈਂਦਾ, ਫਿਰ ਟੇਢੀਆਂ ਮੇਢੀਆਂ ਜੂਨੀਆਂ ਵਿੱਚ ਨਹੀਂ ਪੈਂਦਾ, 84 ਦੇ ਗੇੜ ਤੋਂ ਬਚ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਰਹਿਣੀ ਰਹੇ ਜਾਨੀਏ ਨੀਕੀ। ਤੇ ਇਸ ਪ੍ਰਕਾਰ ਦੇ ਨਾਲ ਗੁਰੂ ਕੇ ਸਿੱਖ ਨੇ ਰਹਿਤ ਰੱਖਣੀ ਹੈ ਪੂਰਨ ਤੌਰ ਤੇ। ਜਿਹੜੀ ਰਹਿਤ ਗੁਰੂ ਸਾਹਿਬ ਜੀ ਨੇ ਉੱਪਰ ਦੱਸੀ ਹੈ, ਇਹ ਰਹਿਤ ਗੁਰੂ ਕੇ ਸਿੱਖ ਨੇ ਰੱਖਣੀ ਹੈ। ਅਗ ਤੇ ਛੁਟੈ ਸ਼੍ਰੇ ਹੋਏ ਜੀ ਕੀ। ਤੇ ਉਹ ਪਾਪਾਂ ਤੋਂ ਮੁਕਤ ਹੋ ਜਾਏਗਾ। ਜਿਹੜਾ ਰਹਿਤ ਰੱਖੇਗਾ, ਰਹਿਤ ਰੱਖਣ ਵਾਲਾ ਗੁਰੂ ਕਾ ਸਿੱਖ ਪਾਪਾਂ ਤੋਂ ਮੁਕਤ ਹੋ ਜਾਏਗਾ। ਸ਼੍ਰੇ ਹੋਏ ਜੀ ਕੀ, ਤੇ ਉਹਦੀ ਮੁਕਤੀ ਹੋ ਜਾਵੇਗੀ, ਮੁਕਤੀ ਨੂੰ ਪ੍ਰਾਪਤ ਹੋਵੇਗਾ। ਜੇ ਨਰ ਪਚੀ ਅਧਿਕ ਸੰਸਾਰੀ। ਤੇ ਜਿਹੜੇ ਸੰਸਾਰ ਦੇ ਵਿੱਚ ਧੰਦਿਆਂ ਦੇ ਵਿੱਚ ਖਚਤ ਹੋਏ ਨੇ, ਜਿਹੜੇ ਦਿਨੇ ਰਾਤ ਧੰਦਿਆਂ ਦੇ ਵਿੱਚ ਪਏ ਨੇ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਵਿਸਰਿਆ ਹੋਇਆ, ਜੀਵਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ, ਨਾ ਸਤ ਸੰਗਤ ਹੈ, ਐਸੇ ਜਿਹੜੇ ਉਹ ਮਨੁੱਖ ਸੰਸਾਰ ਦੇ ਧੰਦਿਆਂ ਦੇ ਵਿੱਚ ਖਚਤ ਹੋਏ ਪਏ ਹਨ। ਫਸੇ ਕਰਮ ਮੈਂ ਜਿਉ ਮਦ ਜਾਰੀ। ਤੇ ਜਿਵੇਂ ਕਰਮਾਂ ਦੇ ਵਿੱਚ ਇਉਂ ਫਸੇ ਨੇ, ਪਾਤਸ਼ਾਹ ਜੀ ਕਹਿੰਦੇ ਜਿਵੇਂ ਜਾਲ ਦੇ ਵਿੱਚ ਮੱਛੀ ਫਸਦੀ ਹੈ। ਜਿਨ੍ਹਾਂ ਦੇ ਜੀਵਨ ਅੰਦਰ ਬਾਣੀ ਦਾ ਪਹਿਰਾ ਨਹੀਂ, ਜਿਨ੍ਹਾਂ ਦੇ ਜੀਵਨ ਅੰਦਰ ਸਿਮਰਨ ਨਹੀਂ, ਕੇਵਲ ਧੰਦਿਆਂ ਵਿੱਚ ਖਚਤ ਨੇ, ਉਹ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਉਹ ਧੰਦਿਆਂ ਵਿੱਚ ਇਉਂ ਫਸੇ ਨੇ ਜਿਵੇਂ ਮੱਛੀ ਜਾਲ ਵਿੱਚ ਆ ਕੇ ਫਸਦੀ ਹੈ। ਤਿੰਨ ਤੇ ਸੁਨ ਸੁਨ ਮਾਨੇ ਨਹੀਂ। ਤੇ ਹੁਣ ਕਈ ਵਾਰੀ ਉਹ ਮਨੁੱਖ ਜਿਹੜਾ ਦਿਨੇ ਰਾਤ ਧੰਦਿਆਂ ਵਿੱਚ ਪਿਆ ਹੋਇਆ ਹੈ, ਆਪਣੇ ਜੀਵਨ ਦੇ ਅੰਦਰ ਕੋਈ ਰਹਿਤ ਬਹਿਤ ਨਹੀਂ, ਤੇ ਉਹ ਰਹਿਤ ਬਹਿਤ ਦੀ ਗੱਲ ਦੂਸਰੇ ਨੂੰ ਕਹੇ, ਫਿਰ ਉਹ ਕੋਈ ਉਹਦੀ ਗੱਲ ਮੰਨਣ ਨੂੰ ਤਿਆਰ ਨਹੀਂ, ਉਹਦੇ ਕੋਲੋਂ ਸੁਣ ਕੇ ਉਹਦੀ ਗੱਲ ਤੇ ਕੋਈ ਪਹਿਰਾ ਨਹੀਂ ਦਿੰਦਾ, ਉਹਦੀ ਗੱਲ ਨੂੰ ਮੰਨਦਾ ਨਹੀਂ। ਧਰੋ ਸਦਾ ਸਤਿਗੁਰ ਜਿਮ ਕਈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਹਿਰਦੇ ਦੇ ਵਿੱਚ ਇਹ ਧਾਰਨ ਕਰਕੇ ਰੱਖੋ, ਜਿਵੇਂ ਅਸੀਂ ਕਿਹਾ, ਜੋ ਉਪਦੇਸ਼ ਆਪ ਗੁਰਸਿੱਖਾਂ ਨੂੰ ਦਿੱਤਾ ਹੈ, ਇਹ ਹਿਰਦੇ ਦੇ ਵਿੱਚ ਗੁਰੂ ਕੇ ਸਿੱਖ ਨੇ ਧਾਰਨ ਕਰਕੇ ਰੱਖਣਾ ਹੈ। ਇਸ ਬਿਦ ਕਹਿ ਗੁਰ ਰਹਿਤ ਬਵੇਕ। ਇਸ ਤਰ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਰਹਿਤ ਦੱਸੀ ਹੈ, ਗੁਰੂ ਕੇ ਜਿਹੜੇ ਬਵੇਕੀ ਸਿੱਖ ਹਨ, ਆਦ ਲਾਹੌਰਾ ਸਿੰਘ ਅਨੇਕ। ਭਾਈ ਲਾਹੌਰਾ ਸਿੰਘ ਦੇ ਸਮੇਤ ਅਨੇਕਾਂ ਗੁਰੂ ਕੇ ਬਵੇਕੀ ਸਿੱਖਾਂ ਨੇ ਧਾਰਨ ਕੀਤੀ ਹੈ, ਇਹਦੇ ਧਾਰਨੀ ਹੋਏ ਹਨ। ਨੰਦ ਸਿੰਘ ਕੋ ਸਭ ਸਮਝਾਈ। ਭਾਈ ਆਨੰਦ ਸਿੰਘ ਨੂੰ ਵੀ ਭਲੇ ਪ੍ਰਕਾਰ ਦੇ ਨਾਲ ਸਮਝਾਉਣਾ ਕੀਤਾ। ਸੁਨ ਤੇ ਆਨੰਦ ਹਿਰਦੈ ਸਮੁਦਾਈ। ਤੇ ਭਾਈ ਆਨੰਦ ਸਿੰਘ ਜੀ ਨੇ ਜਦੋਂ ਇਹ ਰਹਿਤ ਸੁਣੀ, ਪਿੱਛੇ ਆਪ ਜੀ ਨੇ ਭਾਈ ਆਨੰਦ ਸਿੰਘ ਦਾ ਪ੍ਰਸੰਗ ਸੁਣਿਆ, ਉਹਨੇ ਵੀ ਜਦੋਂ ਗੁਰੂ ਕੇ ਸਿੱਖਿਆ ਨੂੰ ਸੁਣਿਆ ਤੇ ਸੁਣ ਕੇ ਹਿਰਦੇ ਦੇ ਵਿੱਚ ਆਨੰਦ ਵਧਿਆ ਹੈ। ਦੋਹਰਾ ਇੱਕ ਦਿਨ ਉੱਠੇ ਪ੍ਰਭਾਤ ਗੁਰ, ਤੇਰੇ ਸਭਾ ਮੈਂ ਆਏ। ਇੱਕ ਦਿਨ ਦਾ ਸਮਾਂ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਉੱਠੇ, ਸ਼ੌਚ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ ਨੇ, ਵਸਤਰ ਸ਼ਸਤਰ ਸਜਾਏ, ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਆਪਣੀ ਸਭਾ ਦੀਵਾਨ ਦੇ ਵਿੱਚ ਪਹੁੰਚੇ ਹਨ। ਕੀਤਕ ਸਿੱਖ ਸੇਵਕ ਨਿਕਟ ਬੈਠੇ ਸੁਰ ਸੁਰ ਰਾਏ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਆਪਣੇ ਤਖਤਾਂ ਤੇ ਸੁਭਾਏਮਾਨ ਨੇ, ਤੇ ਆਲੇ ਦੁਆਲੇ ਸਿੱਖ ਸੰਗਤਾਂ ਬੈਠੀਆਂ ਇਉਂ ਸ਼ੋਭ ਰਹੀਆਂ ਨੇ ਜਿਵੇਂ ਮਾਨੋ ਇੰਦਰ ਦੀ ਸਭਾ ਲੱਗੀ ਹੋਵੇ, ਤੇ ਇੰਦਰ ਦੀ ਸਭਾ ਦੇ ਵਿੱਚ ਦੇਵਤੇ ਸ਼ੋਭ ਰਹੇ ਹੋਣ, ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਸ਼ੋਭ ਰਹੀਆਂ ਹਨ। ਚੋਪਈ ਇੱਕ ਸਿੱਖ ਨਗਰ ਸਵਾਸ ਵੱਡ ਚੜਿਓ।
ਇੱਕ ਸਿੱਖ ਕਿਸੇ ਨਗਰ ਦਾ ਰਹਿਣ ਵਾਲਾ, ਉਹ ਬੜਾ ਤੇਜ਼ ਦੌੜਦਾ ਹੋਇਆ ਗੁਰੂ ਪਾਤਸ਼ਾਹ ਜੀ ਕੋਲ ਆਇਆ। ਤੇ ਜਦੋਂ ਦੌੜ ਕੇ ਆਇਆ ਤੇ ਸਾਹੋ ਸਾਈ ਹੋਇਆ ਪਿਆ ਸੀ, ਸਾਹ ਇਹਨੂੰ ਬਹੁਤ ਚੜਿਆ ਹੋਇਆ ਸੀ। ਭਾਗਤ ਆਏ ਬਿਸਮ ਡਰ ਵੱਡਿਓ। ਹਿਰਦੇ ਅੰਦਰ ਬੜਾ ਵੱਡਾ ਕੋਈ ਭੈ ਸੀ। ਕਿਸੇ ਡਰ ਦੇ ਕਾਰਨ ਇਹ ਸਿੱਖ ਜਿਹੜਾ ਬੜਾ ਤੇਜ਼ੀ ਨਾਲ ਦੌੜ ਕਰਕੇ ਸਾਹੋ ਸਾਹੀ ਹੋਇਆ ਗੁਰੂ ਸਾਹਿਬ ਕੋਲ ਪਹੁੰਚਿਆ। ਪਹੁੰਚਿਓ ਪ੍ਰਭ ਕੇ ਢਿਗ ਤਿਸ ਕਾਲਾ। ਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਦਾ ਜਿੱਥੇ ਦੀਵਾਨ ਸਜਿਆ ਸੀ, ਸਤਿਗੁਰੂ ਜੀ ਦੇ ਦੀਵਾਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਨਮੁਖ ਆਣ ਪਹੁੰਚਿਆ। ਬੰਧਨ ਕੀਨਸ ਹੋਲ ਬਿਸਾਲਾ। ਤੇ ਹੁਣ ਅੰਦਰੋਂ ਇਹਦੇ ਹੌਲ ਉੱਠ ਰਿਹਾ ਸੀ, ਕੋਈ ਡਰ ਬਣਿਆ ਹੋਇਆ ਸੀ। ਤੇ ਸਾਹੋ ਸਾਈ ਹੋਇਆ ਜਦੋਂ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚਿਆ, ਸਨਮੁਖ ਹੋ ਕੇ ਗੁਰੂ ਸਾਹਿਬ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੇ। ਹੀਰ ਹਾਲ ਤਿਸ ਕੋ ਇਸ ਢਾਰਾ। ਤੇ ਜਦੋਂ ਇਹਦਾ ਹਾਲ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਵੇਖਿਆ, ਤੇ ਇਹਦਾ ਇਹ ਹਾਲ ਵੇਖ ਕੇ ਕਲਗੀਧਰ ਪਾਤਸ਼ਾਹ ਬੋਲੇ, ਪੁੱਛਣ ਲੱਗੇ, ਸ਼੍ਰੀ ਗੁਰੂ ਗੋਬਿੰਦ ਸਿੰਘੇ ਉਚਾਰਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਸਿੱਖਾ ਕਹੋ ਸਿੱਖਾ ਸੁਖ ਹੈ ਤੋ ਤਾਈ। ਕਹਿਣ ਲੱਗੇ, ਭਾਈ ਸਿੱਖਾ ਸੁਖ ਤਾਂ ਹੈ, ਬੜਾ ਸਾਹੂ ਸਾਈ ਹੋਇਆ ਹੈ, ਬੜਾ ਤੇਜ਼ ਦੌੜ ਕੇ ਪਹੁੰਚਿਆ ਤੇ ਡਰਿਆ ਹੋਇਆ ਵੀ ਲੱਗਦਾ। ਸੁਖ ਤਾਂ ਹੈ, ਸਾਨੂੰ ਦੱਸਣਾ ਕਰ। ਕਿਮ ਇਮ ਆਇਓ ਬਹੁ ਸਹਿਸਾਈ। ਤੇ ਕਿਵੇਂ ਤੂੰ ਡਰਿਆ ਹੋਇਆ ਨਜ਼ਰ ਆ ਰਿਹਾ, ਕਾਹਦਾ ਸਹਿਸਾ ਤੈਨੂੰ ਬਣਿਆ, ਕਿਸ ਡਰ ਦੇ ਕਾਰਨ ਤੂੰ ਇਸ ਤਰ੍ਹਾਂ ਦੇ ਨਾਲ ਦੌੜ ਕੇ ਆਇਆ ਹੈ। ਸੁਨਤ ਪੁਨੇ ਕਰ ਨਮੋ ਉਚਾਰਾ। ਤੇ ਜਦੋਂ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ ਦਸ਼ਮੇਸ਼ ਪਿਤਾ ਜੀ ਨੇ ਸਿੱਖ ਨੂੰ, ਤੇ ਗੁਰੂ ਪਾਤਸ਼ਾਹ ਜੀ ਪੁੱਛਣ ਤੇ ਦੱਸਣ ਲੱਗਾ, ਨਮੋ ਚਾਰਾ, ਨਮਸਕਾਰ ਕਰਕੇ ਦੱਸਣ ਲੱਗਾ, ਪਾਤਸ਼ਾਹ ਮੈਂ ਸਿੱਖ ਵਣਜਾਰਾ। ਹੈ ਸਤਿਗੁਰੂ ਪਾਤਸ਼ਾਹ ਜੀ, ਮੈਂ ਵਣਜਾਰਿਆਂ ਦੇ ਵਿੱਚੋਂ ਹਾਂ, ਵਣਜਾਰਾ ਸਿੱਖ ਆਪ ਜੀ ਦਾ ਸਿੱਖ ਹਾਂ। ਅਚਰਜ ਹੀਰਤ ਛੋਰ ਬਿਲੰਦਾ। ਤੇ ਅਚਰਜ ਹੀਰਤ ਇੱਕ ਬੜਾ ਹੈਰਾਨ ਕਰਨ ਵਾਲਾ ਮੈਂ ਕੌਤਕ ਵੇਖਿਆ, ਬੜਾ ਹੈਰਾਨੀਜਨਕ ਕਿ ਜਿਹੜਾ ਕੌਤਕ ਵੇਖ ਕਰਕੇ ਜਿਹੜਾ ਮੈਂ ਸਤਿਗੁਰੂ ਪਾਤਸ਼ਾਹ ਜੀ ਉਹ ਵੇਖ ਕੇ ਬੜੀ ਛੇਤੀ ਨਾਲ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ। ਤੁਮ ਟਿਗ ਪਹੁੰਚਿਓ ਲਖੇ ਅਲੰਬਾ। ਤੇ ਐਸਾ ਉਹ ਬੜਾ ਅਚੰਭਤ ਕਰਨ ਵਾਲਾ ਕੌਤਕ ਵੇਖਿਆ ਤੇ ਪਾਤਸ਼ਾਹ ਆਪ ਜੀ ਦੇ ਕੋਲ, ਤਾਂ ਹੀ ਮੈਂ ਬੜਾ ਤੇਜ਼ੀ ਨਾਲ ਦੌੜ ਕੇ ਪਹੁੰਚਿਆ ਹਾਂ। ਏਕ ਮੋਮਨੀ ਹੈ ਇਤਿਓਰੀ। ਪਾਤਸ਼ਾਹ ਜਿਸ ਪਾਸੇ ਵੱਲ ਅਸੀਂ ਰਹਿੰਦੇ ਆ, ਜਿੱਥੇ ਸਾਡੇ ਘਰ ਨੇ, ਜਿੱਥੇ ਸਾਡਾ ਨਗਰ ਹੈ, ਉਹ ਨਗਰ ਵਾਲੇ ਪਾਸੇ ਇੱਕ ਮੋਮਨ ਜਿਹੜਾ ਇੱਕ ਮੁਸਲਮਾਨ ਰਹਿੰਦਾ ਹੈ। ਸਿੱਖਣੀ ਨਿਜ ਬਸ ਮੈਂ ਕਰ ਚੋਰੀ। ਉਹ ਮੁਸਲਮਾਨ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ ਤੇ ਇੱਕ ਸਿੱਖ ਬੱਚੀ ਨੂੰ ਉਹਨੇ ਆਪਣੇ ਵਸ ਦੇ ਵਿੱਚ ਕਰ ਲਿਆ ਹੈ। ਐਸੋ ਮੰਤਰ ਪਠਿਓ ਤਿਨ ਕੋਈ। ਪਤਾ ਨਹੀਂ ਉਹਨੇ ਕਿਹੜਾ ਕੋਈ ਕਲਮਾ ਪੜਿਆ, ਕਿਹੜਾ ਮੰਤਰ ਐਸਾ ਕੋਈ ਪੜਿਆ ਹੈ। ਤਿਸ ਕੀ ਬਾਤ ਬਖਾਨਤ ਸੋਈ। ਹੁਣ ਉਹ ਜਿਹੜੀ ਸਿੱਖ ਬੱਚੀ ਉਹਦੇ ਵਸ ਵਿੱਚ ਹੈ, ਉਹ ਵੀ ਉਹਦੇ ਵੱਲ ਦੀ ਗੱਲ ਕਰਦੀ ਹੈ। ਪਤਾ ਨਹੀਂ ਕਿਹੜਾ ਉਹਦੇ ਮੰਤਰ ਦਾ, ਕਿਸੇ ਕਲਮੇ ਦਾ ਉਹਦੇ ਤੇ ਜਾਦੂ ਹੋਇਆ, ਤੇ ਜਿਸ ਕਾਰਨ ਉਹ ਬੱਚੀ ਵੀ ਉਸ ਪਾਸੇ ਦੀ ਉਹਦੀ ਹੋਈ ਗੱਲ ਕਰਦੀ ਹੈ। ਅਬ ਮੈਂ ਨਹੀਂ ਸਿੱਖਣੀ ਰਹੋ। ਉਹ ਕਹਿੰਦੀ ਹੈ ਕਿ ਮੈਂ ਤਾਂ ਹੁਣ ਸਿੱਖਣੀ ਨਹੀਂ ਰਹਾਂਗੇ, ਸਿੱਖ ਧਰਮ ਗ੍ਰਹਿਣ ਕਰਕੇ ਨਹੀਂ ਰੱਖਾਂਗੇ। ਇਸ ਅਨੁਸਾਰ ਹੋਣ ਮੈਂ ਚਾਹੂੰ। ਜਿਵੇਂ ਮੁਸਲਮਾਨ ਪੀਰ ਕਹੇਗਾ ਮੈਂ ਉਸੇ ਤਰ੍ਹਾਂ ਹੀ ਕਰਾਂਗੇ, ਮੈਂ ਵੀ ਮੁਸਲਮਾਨ ਬਣ ਜਾਵਾਂਗੇ। ਕਰ ਜੋਰੇ ਹਮ ਜਿਤਕ ਨਿਕੇਤ। ਤੇ ਸਤਿਗੁਰੂ ਪਾਤਸ਼ਾਹ ਜੀ, ਅਸੀਂ ਜਿੰਨੇ ਵੀ ਪਰਿਵਾਰਕ ਮੈਂਬਰ ਆ, ਸਾਰਿਆਂ ਨੇ ਬੜੇ ਹੱਥ ਜੋੜੇ, ਹੱਥ ਜੋੜ ਕੇ ਬੜੀਆਂ ਉਹਨੂੰ ਬੇਨਤੀਆਂ ਕੀਤੀਆਂ। ਬਹੁ ਸੁੱਖਾਂ ਸੁਖੀ ਸੁਖ ਹੇਤ। ਤੇ ਬੜੀਆਂ ਸੁੱਖਾਂ ਵੀ ਸੁਖੀਆਂ ਨੇ ਕਿ ਸੁਖ ਰਹੇ, ਕਿਉਂਕਿ ਜਦੋਂ ਕੋਈ ਵਿਪਤਾ ਪੈ ਜਾਵੇ ਫਿਰ ਯਤਨ ਕਰਦਾ ਮਨੁੱਖ, ਬੜੀਆਂ ਸੁਖਣਾ ਸੁਖਦਾ ਹੈ। ਪਾਤਸ਼ਾਹ ਇਹ ਜਿਹੜੀ ਵਿਪਤਾ ਦੀ ਘੜੀ ਆਣ ਬਣੀ, ਐਸਾ ਇਹ ਕੌਤਕ ਵਾਪਰਿਆ ਉਹ ਬੱਚੀ ਨੂੰ ਵੇਖ ਕਰਕੇ। ਤੇ ਪਾਤਸ਼ਾਹ ਅਸੀਂ ਬੜੀਆਂ ਜਿਹੜੀਆਂ ਸੁੱਖਾਂ ਨੇ ਉਹ ਸੁਖੀਆਂ ਨੇ ਕਿ ਹਰ ਪ੍ਰਕਾਰ ਦੇ ਨਾਲ ਸੁਖ ਬਣੀ ਰਹੇ। ਸਤਿਗੁਰ ਕਹਿਓ
ਸੋ ਜਾਣੇ ਅਜੋਗ। ਸਤਿਗੁਰੂ ਪਾਤਸ਼ਾਹ ਜੀ ਹੁਣੇ ਜਿਹੜਾ ਵਣਜਾਰਾ ਸਿੱਖ ਚੱਲ ਕੇ ਆਇਆ ਬੇਨਤੀ ਲੈ ਕੇ, ਇਹ ਵਣਜਾਰੇ ਸਿੱਖ ਨੂੰ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆ, ਗੁਰੂ ਕਿਆ ਸਿੱਖਾ ਇਸ ਨੂੰ ਅਯੋਗ ਜਾਣਨਾ ਕਰੋ। ਪੀਰ ਮੁਰੀਦੀ ਸਿੱਖਣੀ ਹੋਗ। ਪੀਰ ਜਿਹੜਾ ਉਹਦੀ ਗੱਲ ਕਰਦਾ ਤੂੰ, ਜਿਹੜੇ ਸਿੱਖ ਬੱਚੀ ਦੀ ਗੱਲ ਕਰਦਾ ਕਿ ਉਸ ਪੀਰ ਨੇ ਆਪਣੇ ਵਸ ਵਿੱਚ ਕਰ ਲਈ ਹੈ, ਉਹ ਜ਼ਰੂਰ ਪਹਿਲਾਂ ਉਹਦੀ ਮੁਰੀਦ ਹੋਵੇਗੀ, ਜ਼ਰੂਰ ਉਹਦੀ ਪੂਜਾ ਕਰਦੀ ਹੋਵੇਗੀ, ਉਹਦੀ ਮੁਰੀਦ ਹੋਵੇਗੀ। ਖਾਵਤ ਹੋਗ ਸ਼ਰੀਣੀ ਸੋਏ। ਉਹਦੇ ਕੋਲੋਂ ਸ਼ੀਰਨੀ ਲੈ ਕੇ ਉਹਨੇ ਖਾਧੀ ਹੋਣੀ ਹੈ, ਉਹਦੀ ਮੁਰੀਦ ਹੋਵੇਗੀ ਤੇ ਉਹਦੇ ਕੋਲੋਂ ਸ਼ੀਰਨੀ ਆਦਿਕ ਜ਼ਰੂਰ ਲੈ ਕੇ ਖਾਂਦੀ ਹੋਵੇਗੀ। ਇਸ ਕਾਰਨ ਤੇ ਬਸ ਤਿਸ ਹੋਏ। ਇਹੀ ਕਾਰਨ ਹੈ ਕਿ ਉਹ ਉਸ ਮੁਸਲਮਾਨ ਦੇ ਪੀਰ ਦੇ ਵਸ ਵਿੱਚ ਹੈ, ਕਿਉਂਕਿ ਜਦੋਂ ਉਹਨੇ ਉਹਦੀ ਸ਼ੀਰਨੀ ਖਾ ਲਈ ਤੇ ਪਹਿਲਾਂ ਤੇ ਉਹਦੇ ਉਹ ਮੁਰੀਦ ਹੈ। ਇਹਦੇ ਇਹੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ। ਇਸ ਕਾਰਨ ਕਰਕੇ ਉਹਦੇ ਵਸ ਵਿੱਚ ਹੈ। ਸਿੱਖ ਬਿਨੈ ਬੋਲਿਓ ਕਰ ਜੋਰੀ। ਹੁਣੇ ਵਣਜਾਰਾ ਸਿੱਖ ਬੋਲਿਆ, ਬੇਨਤੀ ਕਰਨ ਲੱਗਾ, ਪਾਤਸ਼ਾਹ ਜੀ ਬਖਸ਼ੋ ਅਹੇ ਭਾਣ ਜੀ ਮੋਰੀ। ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵਣਜਾਰਾ ਸਿੱਖ ਕਹਿਣ ਲੱਗਾ, ਪਾਤਸ਼ਾਹ ਉਹ ਸਿੱਖ ਬੱਚੀ ਕੋਈ ਹੋਰ ਨਹੀਂ, ਉਹ ਸਿੱਖ ਬੱਚੀ ਮੇਰੀ ਭਾਣਜੀ ਹੈ, ਸਾਡੇ ਪਰਿਵਾਰ ਵਿੱਚੋਂ ਹੈ। ਪਾਤਸ਼ਾਹ ਜੀ ਉਹ ਮੇਰੀ ਭਾਣਜੀ ਹੈ। ਮੈਂ ਅਰ ਮਮ ਪਗਨੀ ਜਦ ਕਦਾ। ਪਾਤਸ਼ਾਹ ਮੈਂ ਤੇ ਮੇਰੀ ਜਿਹੜੀ ਪਤਨੀ ਆ ਜਦੋਂ ਕਦੋਂ ਅਹੇ ਆਦ ਕੇ ਸਿੱਧਕੀ ਸਦਾ। ਆਪਦੇ ਸਦਾ ਸਿੱਧਕੀ ਸਿੱਖ ਬਣ ਕੇ ਪਾਤਸ਼ਾਹ ਸਿੱਖੀ ਨੂੰ ਧਾਰਨ ਕੀਤਾ। ਅਸੀਂ ਸਦਾ ਆਪ ਜੀ ਦੇ ਸਿੱਖ ਰਹੇ ਹਾਂ। ਨਾਨਕ ਦਾਦਕ ਸਿੱਖ ਹਮਾਰੇ। ਪਾਤਸ਼ਾਹ ਜੀ ਮੇਰੇ ਨਾਨਕੇ ਵੀ ਆਪ ਜੀ ਦੇ ਸਿੱਖ ਨੇ, ਆਪ ਜੀ ਦੀ ਸਿੱਖੀ ਧਾਰਨ ਕੀਤੀ ਹੈ। ਮੇਰੇ ਦਾਦਕਿਆਂ ਨੇ ਵੀ ਆਪ ਜੀ ਦੀ ਸਿੱਖੀ ਧਾਰਨ ਕੀਤੀ ਹੈ। ਨਾਨਕੇ ਦਾਦਕੇ ਮੇਰੇ ਆਪ ਜੀ ਦੇ ਸਿੱਖ ਹਨ। ਐਸੀ ਨਹੀਂ ਕੁਮਤ ਕੋ ਧਾਰੇ। ਐਸੀ ਕਦੀ ਕਿਸੇ ਨੇ ਕੋਈ ਕੁਮਤ ਧਾਰਨ ਨਹੀਂ ਕੀਤੀ। ਪਾਤਸ਼ਾਹ ਆਪ ਜੀ ਦੀ ਦਿੱਤੀ ਹੋਈ ਸਿੱਖੀ ਨੂੰ ਧਾਰਨ ਕੀਤਾ ਹੋਇਆ ਹੈ। ਸ਼੍ਰੀ ਮੁਖ ਤੇ ਉਪਚਾਰ ਬਖਾਨਾ। ਜਦੋਂ ਹੁਣ ਵਣਜਾਰੇ ਸਿੱਖ ਨੇ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ, ਪਾਤਸ਼ਾਹ ਮੇਰੀ ਭਾਣਜੀ ਹੈ, ਕਿਰਪਾ ਕਰਕੇ ਬਚਾ ਲਵੋ, ਉਹਦੇ ਤੋਂ ਖਹਿੜਾ ਛਡਾਓ। ਤੇ ਹੁਣ ਉਪਚਾਰ ਤਰੀਕਾ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਦੱਸਿਆ, ਤਿਸ ਕਰਾਓ ਸਰ ਮੁਕਤ ਇਸ਼ਨਾਨਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮੁਕਤ ਸਰ ਦੇ ਸਰੋਵਰ ਦੇ ਵਿੱਚ ਬੱਚੀ ਨੂੰ ਇਸ਼ਨਾਨ ਕਰਾਵੋ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮੁਕਤ ਸਰ ਜਿਹੜਾ ਮੁਕਤੀ ਦੀ ਮੁਕਤਿਆਂ 40 ਮੁਕਤਿਆਂ ਨੂੰ ਮੁਕਤ ਕੀਤਾ, ਮੁਕਤਿਆਂ ਦੀ ਧਰਤੀ ਹੈ। ਮੁਕਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਉਣਾ ਕਰੋ। ਦੂਰ ਕੁਰੈਤ ਹੋਏਗੀ ਤਬੇ। ਤੇ ਜਿਹੜੀ ਇਹਦੀ ਕੁਰੈਤ ਇਹਨੇ ਧਾਰਨ ਕੀਤੀ ਹੈ, ਉਹ ਮੁਕਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਾਉਣ ਦੇ ਨਾਲ ਉਹ ਧਾਰਨ ਕੀਤੀ ਹੋਈ ਜਿਹੜੀ ਕੁਰੈਤ ਹੈ ਉਹਦੀ ਦੂਰ ਹੋ ਜਾਵੇਗੀ। ਪੜੋ ਮੁਕਤੀ ਨਾਮਾ ਟਿਗ ਸਬੇ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਉਸ ਬੱਚੀ ਨੂੰ ਮੁਕਤੀ ਨਾਮਾ ਪੜ੍ਹ ਕੇ ਸਰਵਣ ਕਰਵਾਓ, ਜਿਹੜਾ ਆਪ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਕਹਿਣ ਲੱਗੇ ਮੁਕਤੀ ਨਾਮਾ ਉਸ ਬੱਚੀ ਨੂੰ ਪੜ੍ਹ ਕੇ ਸਰਵਣ ਕਰਵਾਇਆ ਜਾਵੇ। 40 ਪਾਠ ਸੁਨਾਵਨ ਕਰੀਏ। 40 ਪਾਠ ਮੁਕਤੀ ਨਾਮੇ ਦੇ ਉਹ ਬੱਚੀ ਨੂੰ ਸਰਵਣ ਕਰਵਾਏ ਜਾਣ। ਪੁਨ ਜਪ ਪੜੋ ਬਿਗਨ ਪਰ ਹਰੀਏ। 40 ਪਾਠ ਮੁਕਤੀ ਨਾਮੇ ਦੇ ਸਰਵਣ ਕਰਵਾਓ, ਉਪਰੰਤ ਜਪ ਜੀ ਸਾਹਿਬ ਦੀ ਬਾਣੀ ਦਾ ਜਾਪ ਪਾਠ ਕਰਕੇ ਬੱਚੇ ਨੂੰ ਸਰਵਣ ਕਰਵਾਇਆ ਜਾਵੇ। ਵਾਹਿਗੁਰੂ ਜੀ ਹੋਏ ਸਹਾਏ। ਵਾਹਿਗੁਰੂ ਜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਹਾਇਕ ਹੋਣਗੇ, ਆਪ ਸਹਾਇਤਾ ਕਰਨਗੇ। ਸੁਰਤ ਟਿਕਾਣੇ ਤਬ ਤਿਸ ਆਵੈ। ਤੇ ਜਦੋਂ ਉਹਨੂੰ ਮੁਕਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਵਾਓਗੇ, ਮੁਕਤੀ ਨਾਮਾ 40 ਵਾਰ ਪੜ੍ਹ ਕੇ ਸਰਵਣ ਕਰਵਾਇਆ ਜਾਏਗਾ, ਜਪਜੀ ਸਾਹਿਬ ਦਾ ਪਾਠ ਉਹ ਬੱਚੀ ਸੁਣੇਗੀ ਤਾਂ ਉਹ ਮੁਕਤ ਹੋ ਜਾਵੇਗੀ। ਸੁਰਤ ਟਿਕਾਣੇ ਤਬ ਤਿਸ ਆਵੈ। ਉਹਦੀ ਜਿਹੜੀ ਸੁਰਤੀ ਆ ਉਹ ਟਿਕਾਣੇ ਤੇ ਆ ਜਾਵੇਗੀ, ਸੁਰਤ ਉਹਦੇ ਟਿਕਾਣੇ ਤੇ ਆ ਜਾਵੇਗੀ। ਸਿੱਖੀ ਸਾਬਤ ਰੱਖੀਏ ਭਲਾ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੀ ਜਿਹੜੀ ਆ ਬੁੱਧੀ ਰੂਪ ਪੱਲੇ ਦੇ ਵਿੱਚ ਸਾਬਤ ਰੱਖਣੀ ਹੈ।
ਬੱਧੀ ਰੂਪ ਪੱਲੇ ਦੇ ਵਿੱਚ ਸਿੱਖੀ ਨੂੰ ਗੁਰੂ ਕੇ ਸਿੱਖ ਨੇ ਸਾਬਤ ਰੱਖਣਾ ਹੈ। ਤੇ ਕਈ ਵਾਰੀ ਕਈ ਪਰਿਵਾਰ ਮਿਲਦੇ ਨੇ, ਜ਼ਿਕਰ ਕਰਦੇ ਨੇ ਜੇ ਸਾਡੇ ਘਰ ਫਲਾਣੇ ਪੀਰ ਦਾ ਪਹਿਰਾ ਹੈ। ਜੇ ਕਹੀਏ ਬਾਣੀ ਪੜ੍ਹੋ, ਬਾਣੀ ਪੜ੍ਹਿਆ ਕਰੋ ਭਾਈ, ਜਪਜੀ ਸਾਹਿਬ ਦਾ ਪਾਠ ਵੱਧ ਤੋਂ ਵੱਧ ਕਰਿਆ ਕਰੋ। ਨਹੀਂ ਜੀ, ਉਹ ਬੜਾ ਭਾਰੀ ਪੀਰ ਹੈ ਜੀ, ਉਹਦੇ ਤੇ ਬਾਣੀ ਦਾ ਅਸਰ ਨਹੀਂ ਹੁੰਦਾ। ਆ ਦੇਖ ਲਓ ਪਾਤਸ਼ਾਹ ਇੱਥੇ ਦੱਸ ਰਹੇ ਨੇ, ਗੁਰਬਾਣੀ ਤੋਂ ਉੱਪਰ ਐਸਾ ਕੋਈ ਦੁਨੀਆ ਦਾ ਕਲਮਾ ਨਹੀਂ, ਕੋਈ ਮੰਤਰ ਨਹੀਂ ਜਿਹੜਾ ਗੁਰਬਾਣੀ ਦੇ ਉੱਪਰ ਹਾਵੀ ਹੋ ਸਕੇ। ਜਿੱਥੇ ਗੁਰਬਾਣੀ ਦਾ ਜਾਪ ਹੈ ਉੱਥੇ ਕੋਈ ਮੰਤਰ, ਕੋਈ ਕਲਮਾ ਚੱਲ ਹੀ ਨਹੀਂ ਸਕਦਾ। ਆਪ ਜੀ ਨੂੰ ਸਰਵਣ ਕਰਵਾਇਆ ਸੀ ਇੰਗਲੈਂਡ ਦੀ ਗੱਲ। ਸੋ ਇਸ ਕਰਕੇ ਜਿਹੜਾ ਬਾਣੀ ਪੜ੍ਹਨ ਵਾਲਾ ਸਿੱਖ ਹੈ, ਜਿਹੜਾ ਹਰ ਰੋਜ਼ ਜਪ ਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ, ਉਹਦੇ ਨੇੜੇ ਚੀਜ਼ਾਂ ਨਹੀਂ ਆ ਸਕਦੀਆਂ। ਸਾਡੇ ਮਨ ਅੰਦਰ ਐਸੇ ਵਹਿਮ ਬਣੇ ਹੋਏ ਨੇ, ਡਰ ਬਣਿਆ ਹੋਇਆ, ਡਰੀ ਜਾਂਦੇ ਆ। ਕਿਉਂਕਿ ਜਿਹੜਾ ਅਸਲ ਮੁਸਲਮਾਨ ਹੈ ਉਹ ਵੀ ਪੀਰ ਦੀ ਕਬਰ ਨੂੰ ਨਹੀਂ ਪੂਜਦਾ। ਜਿਸ ਤਰ੍ਹਾਂ ਸਾਡੇ ਵਿੱਚ 4 ਬੱਜਰ ਕੁਰੈਤਾਂ ਨੇ, ਉਹਨਾਂ ਵਿੱਚ 4 ਵੱਡੇ ਪਾਪ ਨੇ, ਜਿਨ੍ਹਾਂ ਵਿੱਚੋਂ ਇੱਕ ਬਿਦਤ ਹੈ। ਵੱਡਾ ਪਾਪ ਹੈ ਬਿਦਤ। ਬਿਦਤ ਦਾ ਭਾਵ ਹੈ ਕਿ ਜਿਹੜਾ ਮੁਸਲਮਾਨ ਹੋ ਕੇ ਕਬਰ ਨੂੰ ਪੂਜਦਾ ਤੇ ਚਿਰਾਗ ਲਾਉਂਦਾ, ਕਹਿੰਦੇ ਸਭ ਤੋਂ ਵੱਡਾ ਪਾਪੀ ਆ ਉਹ। ਤੇ ਅੱਜ ਵੇਖ ਲਈਏ ਵੀਰਵਾਰ ਨੂੰ ਬਹੁਤਾਤ ਵਿੱਚ ਸਿਰ ਤੇ ਦਸਤਾਰਾਂ ਸਜੀਆਂ ਹੁੰਦੀਆਂ ਤੇ ਸਿੱਖੀ ਸਰੂਪ ਵਿੱਚ ਨਜ਼ਰ ਆਉਣਗੇ, ਦਾੜਾ ਕੇਸ ਰੱਖਿਆ ਹੋਇਆ ਤੇ ਉਹ ਵੀ ਚਿਰਾਗ ਲਾ ਰਿਹਾ ਉੱਥੇ ਵੀਰਵਾਰ ਨੂੰ। ਸੋ ਪਾਤਸ਼ਾਹ ਜੀ ਕਹਿਣ ਲੱਗੇ ਉਹਦੀ ਜਿਹੜੀ ਸੁਰਤ ਹੈ ਉਹ ਟਿਕਾਣੇ ਆ ਜਾਵੇਗੀ। ਮੁਕਤੀਨਾਮਾ ਪੜ੍ਹ ਕੇ ਸੁਣਾਓ, ਜਪ ਜੀ ਸਾਹਿਬ ਦਾ ਪਾਠ ਬੱਚੀ ਸਰਵਣ ਕਰੇ, ਉਹਦੀ ਸੁਰਤ ਟਿਕਾਣੇ ਆ ਜਾਵੇਗੀ। ਰਹਿਣੀ ਭਲੀ ਭੇਖ ਨੈ ਭਲਾ। ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਕੇ ਸਿੱਖ ਨੂੰ ਰਹਿਤ ਰੱਖਣੀ ਹੋਈ ਭਲੀ ਹੈ, ਭੇਖ ਕਰਨਾ ਠੀਕ ਨਹੀਂ। ਗੁਰੂ ਕੇ ਸਿੱਖ ਨੂੰ ਭੇਖ ਕਰਨਾ ਚੰਗਾ ਨਹੀਂ ਲੱਗਦਾ, ਸ਼ੋਭਦਾ ਨਹੀਂ। ਗੁਰੂ ਕੇ ਸਿੱਖ ਨੂੰ ਰਹਿਤ ਬਹਿਤ ਵਿੱਚ ਪਰਪੱਕ ਹੋਣਾ ਹੀ ਸ਼ੋਭਦਾ ਹੈ। ਸਿਦਕ ਸਹਿਤ ਸਿੱਖੀ ਗੁਰ ਪਿਆਰੀ। ਸਿਦਕ ਦੇ ਸਹਿਤ ਗੁਰੂ ਕੀ ਸਿੱਖੀ ਨੂੰ ਪਿਆਰ ਕਰਨਾ ਹੈ, ਗੁਰੂ ਕੀ ਸਿੱਖੀ ਨੂੰ ਪਿਆਰੀ ਕਰਕੇ ਜਾਣਨਾ ਹੈ। ਜਿਨ ਧਾਰੀ ਸੋ ਉਤਰੇ ਪਾਰੀ। ਤੇ ਜਿਹਦਾ ਸਿਦਕ ਹੈ, ਜਿਹਨੇ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ ਹੈ, ਪਾਤਸ਼ਾਹ ਜੀ ਕਹਿੰਦੇ ਜਿਹਨੇ ਧਾਰਨ ਕੀਤੀ ਸੋ ਉਤਰ ਹੈ ਪਾਰੀ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਲੋਭੀ ਦਰਬ ਭੇਟ ਕੇ ਗੁਰ ਨਹਿ। ਗੁਰੂ ਕਿਸੇ ਦੇ ਭੇਟਾ ਦਾ ਲੋਭੀ ਨਹੀਂ, ਗੁਰੂ ਦੇ ਮਨ ਵਿੱਚ ਕਿਸੇ ਦੀ ਭੇਟਾ ਪ੍ਰਤੀ ਕੋਈ ਲਾਲਚ ਲੋਭ ਨਹੀਂ ਕਿ ਫਲਾਣਾ ਆ ਕੇ ਮੈਨੂੰ ਭੇਟਾ ਚੜਾਵੇ। ਹੋਵੇ ਕੋਈ ਕਰੈਤੀਆ ਤੇ ਆ ਕੇ ਕਹੇ ਮੈਂ ਆਹ ਭੇਟ ਕਰ ਦਿੰਦਾ, ਆਹ ਕਰ ਦਿੰਦਾ। ਕਹਿੰਦੇ ਗੁਰੂ ਕਿਸੇ ਦੇ ਭੇਟਾ ਦਾ ਧਨ ਦਾ ਕੋਈ ਲੋਭੀ ਨਹੀਂ। ਲੈ ਕਰ ਜੇ ਕੁਰੈਤਿਓ ਬਖਸ਼ੇ। ਤੇ ਜੇਕਰ ਹੋਰ ਵੀ ਕੋਈ ਕੁਰੈਤੀਏ ਦੇ ਪਾਸੋਂ ਧਨ ਲੈ ਕੇ, 4 ਬੱਜਰ ਕੁਰੈਤਾ ਕਰਨ ਵਾਲਾ ਜਿਹੜਾ ਸਿੱਖ ਹੈ, ਜੇ ਉਹ ਕੋਈ ਕੁਰੈਤ ਕਰ ਦੇਵੇ ਇਹਨਾਂ ਵਿੱਚੋਂ, ਤੇ ਕਹਿੰਦੇ ਜੇ ਧਨ ਲੈ ਕੇ ਕੋਈ ਵੀ ਉਹਨੂੰ ਬਖਸ਼ੇਗਾ। ਜੋ ਸਿੱਖ ਧਨ ਕੋ ਲੋਭੀ ਹੋਏ। ਤੇ ਜਿਹੜਾ ਸਿੱਖ ਧਨ ਦਾ ਲੋਭੀ ਹੋ ਕੇ ਕਿ ਮੈਨੂੰ ਇੰਨਾ ਧਨ ਮਿਲ ਰਿਹਾ, ਇੰਨਾ ਧਨ ਦੇ ਰਿਹਾ ਤੇ ਮੈਂ ਇਹਨੂੰ ਪ੍ਰਾਪਤ ਕਰ ਲਵਾਂ, ਤੇ ਧਨ ਦਾ ਲੋਭੀ ਹੋ ਕੇ ਉਹਨੂੰ ਬਖਸ਼ੇਗਾ। ਬਖਸ਼ੇ ਕਬ ਕੁਰੈਤਿਐ ਕੋਏ। ਤੇ ਜਿਹੜਾ ਧਨ ਪ੍ਰਾਪਤ ਕਰਕੇ ਕਿਸੇ ਕੁਰੈਤੀਏ ਨੂੰ ਮੁਆਫ ਕਰੇਗਾ। ਸੋ ਸਿੱਖ ਨਾਇਨ ਲਖੋਂ ਕੁਚਾਲਾ। ਉਸ ਗੁਰੂ ਕਾ ਸਿੱਖ ਨਹੀਂ, ਕੁਚਾਲਾ ਖੋਟੀ ਮਤ ਵਾਲਾ ਕੱਚਾ ਪਿੱਲਾ ਕਰਕੇ ਜਾਣੋ। ਜਿਹੜਾ ਅਸਲ ਗੁਰੂ ਕਾ ਸਿੱਖ ਹੈ, ਰਹਿਤ ਬਹਿਤ ਵਿੱਚ ਪਰਪੱਕ ਹੈ, ਉਹ ਕਿਸੇ ਕਰੈਤੀਏ ਦੇ ਪਾਸੋਂ ਧਨ ਲੈ ਕੇ ਉਹਨੂੰ ਖਿਮਾ ਨਹੀਂ ਕਰੇਗਾ, ਮੁਆਫ ਨਹੀਂ ਕਰੇਗਾ। ਤੇ ਜੇ ਕੋਈ ਕਰਦਾ ਧਨ ਲੈ ਕੇ, ਕਹਿੰਦੇ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਉਹ ਕੱਚਾ ਪਿੱਲਾ ਕਰਕੇ ਜਾਣਨਾ ਕਰੋ। ਸ਼੍ਰੀ ਗੁਰ ਘਰ ਕੋ ਚੋਰ ਬੇਸਾਲਾ। ਤੇ ਉਹ ਗੁਰੂ ਘਰ ਦਾ ਚੋਰ ਜਾਣੋ। ਜਿਹੜਾ ਧਨ ਲੈ ਕੇ ਕੁਰੈਤੀਏ ਨੂੰ ਮਾਫ ਕਰੇਗਾ ਨਾ, ਉਹ ਗੁਰੂ ਘਰ ਦਾ ਚੋਰ ਹੈ, ਉਹਨੂੰ ਚੋਰ ਜਾ ਕਰਕੇ ਜਾਣਨਾ ਕਰੋ। ਗੁਰ ਹਜ਼ੂਰ ਸਿੱਖੀ ਤਿਸ ਕੇਰੀ। ਤੇ ਗੁਰੂ ਦੇ ਹਜ਼ੂਰੀ ਦੇ ਵਿੱਚ ਉਹਦੀ ਜਿਹੜੀ ਸਿੱਖੀ ਵਾਲਾ ਲਿਬਾਸ ਬਣਾਇਆ,
ਜਿਹਨੂੰ ਲੋਕ ਵੇਖ ਕੇ ਸਿੱਖ ਕਹਿੰਦੇ ਹਨ। ਨੈ ਮਨਜ਼ੂਰ ਹੋਏ ਕਿਸ ਬੇਰੀ। ਐਸੇ ਭੇਖੀਏ ਕੱਚੇ ਪਿੱਲੇ ਦੀ ਸਿੱਖੀ ਗੁਰੂ ਘਰ ਦੇ ਵਿੱਚ ਮਨਜ਼ੂਰ ਨਹੀਂ। ਗੁਰੂ ਉਹਦੇ ਸਿੱਖੀ ਨੂੰ ਮਨਜ਼ੂਰ ਨਹੀਂ ਕਰਦਾ ਜਿਹੜਾ ਧਨ ਦਾ ਲੋਭੀ ਹੋ ਕੇ ਕਿਸੇ ਕੁਰੈਤੀਏ ਨੂੰ ਮੁਆਫ ਕਰਦਾ ਹੈ। ਸੁਨ ਗੁਰਬਾਕ ਸਿੱਖ ਘਰ ਗਇਓ। ਤੇ ਜਦੋਂ ਇਸ ਵਣਜਾਰੇ ਸਿੱਖ ਨੂੰ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਨਾਲ ਉਪਦੇਸ਼ ਦਿੱਤਾ, ਇਹ ਉਪਚਾਰ, ਇਹ ਤਰੀਕਾ ਦੱਸਿਆ, ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ, ਉਪਦੇਸ਼ ਸੁਣ ਕੇ ਸਿੱਖ ਘਰ ਨੂੰ ਵਾਪਸ ਗਿਆ। ਸੋ ਬਿਦ ਸਕਲ ਕਰਤ ਤੈ ਭਇਓ। ਤੇ ਜਿਹੜੀ ਵਿਧੀ ਗੁਰੂ ਪਾਤਸ਼ਾਹ ਜੀ ਨੇ ਦੱਸੀ ਸੀ, ਹੁਣ ਉਹ ਵਿਧੀ ਨੂੰ ਉਸੇ ਤਰ੍ਹਾਂ ਇਹ ਗੁਰਸਿੱਖ ਨੇ ਕੀਤਾ ਹੈ। ਕੇਤਕ ਦਿਓਸ ਬਿਤੇ ਜਬ ਫੇਰ। ਹੁਣ ਜਦੋਂ ਉਸੇ ਤਰ੍ਹਾਂ ਬੱਚੀ ਨੂੰ ਮੁਕਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਵਾਇਆ, 40 ਪਾਠ ਮੁਕਤੀ ਨਾਮੇ ਦੇ ਸਰਵਣ ਕਰਾਏ, ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਬੱਚੀ ਨੂੰ ਸਰਵਣ ਕਰਵਾਇਆ, ਤੇ ਉਹ ਬੱਚੀ ਬਿਲਕੁਲ ਤੰਦਰੁਸਤ ਹੋ ਗਈ। ਅਤੇ ਜਦੋਂ ਕੁਝ ਸਮਾਂ ਬੀਤ ਗਿਆ, ਕੁਝ ਸਮਾਂ ਬੀਤਣ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਸ਼੍ਰੀ ਕਲਗੀ ਧਰ ਚੜੇ ਅਖੇਰ। ਜੰਮਣ ਖੇੜੇ, ਜਿਹੜਾ ਉਹ ਗ੍ਰਾਮ ਸੀ, ਨਗਰ ਸੀ ਜੰਮਣ ਖੇੜਾ, ਜਿੱਥੋਂ ਦਾ ਵਣਜਾਰਾ ਸਿੱਖ ਰਹਿਣ ਵਾਲਾ ਸੀ, ਉਸ ਨਗਰ ਦਾ ਨਾਮ ਜੰਮਣ ਖੇੜਾ ਸੀ। ਸਤਿਗੁਰੂ ਪਾਤਸ਼ਾਹ ਜੀ ਕਲਗੀਧਰ ਦਸ਼ਮੇਸ਼ ਪਿਤਾ ਇੱਕ ਦਿਨ ਉਹ ਜਿਹੜਾ ਜੰਮਣ ਨਗਰ ਖੇੜਾ ਸੀ ਉਸ ਪਾਸੇ ਵੱਲ ਚੱਲ ਕੇ ਗਏ। ਸਿੱਖ ਬਣ ਜਾਰੇ ਪਿਖ ਤੈ ਲਏ। ਤੇ ਉਹ ਜਿਹੜਾ ਵਣਜਾਰਾ ਸਿੱਖ ਸੀ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਸੀ ਫਰਿਆਦ ਲੈ ਕੇ। ਉਹ ਵਣਜਾਰੇ ਸਿੱਖ ਨੇ ਗੁਰੂ ਪਾਤਸ਼ਾਹ ਜੀ ਨੂੰ ਵੇਖਿਆ, ਕਰ ਬਿਨਤੀ ਗੁਰ ਨਿਕਟੇ ਉਤਾਰੇ। ਤੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ, ਕੋਲ ਪਹੁੰਚ ਕੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕੀਤੀ ਹੈ ਤੁਸੀਂ ਸਾਡੇ ਨਗਰ ਵਿੱਚ ਆਏ ਹੋ, ਤੇ ਕਿਰਪਾ ਕਰਕੇ ਕੁਝ ਸਮੇਂ ਲਈ ਆਪਣਾ ਇੱਥੇ ਡੇਰਾ ਕਰੋ, ਉਤਾਰਾ ਕਰੋ। ਸਿੱਖਣੀ ਆਨ ਬੰਦਨਾ ਤਾਰੇ। ਤੇ ਜਿਹੜੀ ਉਹ ਇਸ ਵਣਜਾਰੇ ਸਿੱਖ ਦੀ ਭਾਣਜੀ ਸੀ, ਉਹ ਸਿੱਖ ਬੱਚੀ ਸੀ, ਇੰਨੇ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਉਤਾਰਾ ਕੀਤਾ, ਇੱਥੇ ਬੇਨਤੀ ਕੀਤੀ ਇਸ ਸਿੱਖ ਨੇ, ਤੇ ਉਹ ਬੱਚੀ ਨੂੰ ਵੀ ਪਤਾ ਲੱਗਾ। ਹੁਣ ਬੱਚੀ ਨੂੰ ਬੁਲਾਇਆ, ਬੱਚੀ ਚੱਲ ਕੇ ਆਈ। ਉਸ ਸਿੱਖ ਬੱਚੀ ਨੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਆ ਕੇ ਬੰਦਨਾ ਕੀਤੀ। ਕਹੀ ਵਾਰਤਾ ਜੁਗ ਕਰ ਜੋਰੀ। ਤੇ ਦੋਵੇਂ ਹੱਥ ਜੋੜ ਕੇ ਜਿਹੜੀ ਵਾਰਤਾ ਸੀ ਸਾਰੀ ਉਹ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਦੱਸਣ ਲੱਗੇ। ਮੁਸਲਮਾਨ ਮੁਝ ਵਸ ਕਰ ਛੋਰੀ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਪਾਤਸ਼ਾਹ ਜੀ ਇੱਕ ਮੁਸਲਮਾਨ ਪੀਰ ਨੇ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਸੀ। ਪਛਤਾਪ ਕਰਤ ਨਿਤਰਈ। ਮੈਂ ਬੜਾ ਪਛਤਾਪ ਵੀ ਕਰਦੀ ਸੀ ਮਨ ਅੰਦਰ ਕਿ ਮੈਂ ਸਿੱਖ ਪਰਿਵਾਰ ਦੀ ਬੱਚੀ ਆ, ਪਰ ਪਤਾ ਨਹੀਂ ਉਹਨੇ ਕੀ ਕੋਈ ਕਲਮਾ ਐਸਾ ਪੜਿਆ ਜਿਹਦੇ ਕਾਰਨ ਮੈਂ ਉਹਦੇ ਵਸ ਵਿੱਚ ਹੋ ਗਈ। ਮੈਂ ਮਨ ਦੇ ਅੰਦਰ ਇਸ ਗੱਲ ਦਾ ਪਛਤਾਪ ਵੀ ਨਿਤ ਕਰਦੀ ਸੀ, ਮਨ ਇਸ ਸਥਿਰਤਾ ਪਾਵਤ ਨਹੀਂ। ਪਰ ਮੇਰਾ ਮਨ ਸਥਿਰਤਾ ਵਿੱਚ ਨਹੀਂ ਸੀ ਆਉਂਦਾ, ਸਥਿਰ ਨਹੀਂ ਸੀ ਹੁੰਦਾ। ਪਾਤਸ਼ਾਹ ਜੀ ਬੜਾ ਯਤਨ ਕਰਦੇ ਸੀ, ਪਛਤਾਪ ਵੀ ਕਰਦੇ ਸੀ, ਮਨ ਵਸ ਵਿੱਚ ਨਹੀਂ ਸੀ ਆਉਂਦਾ। ਸਤਿਗੁਰ ਕਹਿਓ ਚਿੰਤ ਦਿਓ ਤਿਆਗੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਐ ਪੁੱਤਰੇ ਹੁਣ ਹਰ ਪ੍ਰਕਾਰ ਦੀ ਚਿੰਤਾ ਜਿਹੜੀ ਆ ਉਹ ਤਿਆਗ ਦੇਵੋ, ਕਿਸੇ ਪ੍ਰਕਾਰ ਦੀ ਚਿੰਤਾ ਮਨ ਵਿੱਚ ਨਾ ਰੱਖੋ। ਅੰਗ ਸੰਗ ਬਿਨ ਪਾਪ ਨ ਲਾਗੇ। ਜਿੰਨੇ ਦੇਰ ਅੰਗ ਨਹੀਂ ਛੁਆਏ, ਸੰਗ ਨਹੀਂ ਕੀਤਾ, ਉਨੀ ਦੇਰ ਤੱਕ ਕਿਸੇ ਪ੍ਰਕਾਰ ਦਾ ਕੋਈ ਪਾਪ ਜਾਂ ਦੋਸ਼ ਨਹੀਂ ਲੱਗਦਾ। ਕਿਸੇ ਪ੍ਰਕਾਰ ਦੀ ਤੁਸੀਂ ਚਿੰਤਾ ਮਨ ਵਿੱਚ ਨਾ ਰੱਖੋ। ਚਾਰ ਮਕਾਰ ਵਿਸਾਹੋ ਨ ਰੱਖੀ। ਪਾਤਸ਼ਾਹ ਜੀ ਕਹਿਣ ਲੱਗੇ, ਚਾਰ ਮਕਾਰ, ਚਾਰ ਮਮਿਆਂ ਦਾ ਕਦੀ ਵਿਸਾਹ ਨਹੀਂ ਕਰਨਾ। ਮੁਸਲਾ ਮਤਰੇਈ ਮਨ ਮੱਖੀ। ਉਹ ਚਾਰ ਕਿਹੜੇ ਨੇ? ਮੁਸਲਮਾਨ ਤੁਰਕ ਦਾ ਕਦੀ ਪਾਤਸ਼ਾਹ ਜੀ ਕਹਿੰਦੇ ਇਹ ਵਿਸਾਹ ਨਹੀਂ ਕਰਨਾ, ਮਤਰੇਈ ਮਾਂ ਦਾ ਵਿਸਾਹ ਨਹੀਂ ਕਰਨਾ, ਮਨ ਦਾ ਵਿਸਾਹ ਨਹੀਂ ਕਰਨਾ। ਅੱਗੇ ਹੈ ਮੱਖੀ, ਮੱਖੀ ਦਾ ਵਿਸਾਹ ਨਹੀਂ ਕਰਨਾ। ਇਹਨਾਂ ਤੋਂ ਬਚ ਕੇ ਰਹਿਣਾ ਹੈ। ਸਿੱਖਣੀਏ ਨਿਜ ਸਿਦਕ ਸੁਨਾਏ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਸਿੱਖਣੀ ਨੇ ਜਿਹੜਾ ਸਿਦਕ ਸੀ, ਗੁਰੂ ਪਾਤਸ਼ਾਹ ਜੀ ਨੂੰ ਆਪਣਾ ਜੋ ਬਿਰਤਾਂਤ ਸੁਣਾਇਆ। ਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰਸਿੱਖੀ ਨੂੰ ਧਾਰਨ ਕਰਕੇ ਸਿਦਕ ਨੂੰ ਪਾਲਣਾ ਹੈ। ਹੱਥ ਜੋਰ ਤਬ ਕੈਤ ਬਨਾਏ। ਇਸ ਪ੍ਰਕਾਰ ਦੇ ਨਾਲ ਹੱਥ ਜੋੜ ਕੇ ਜਿਹੜਾ ਗੁਰੂ ਪਾਤਸ਼ਾਹ ਜੀ ਨੂੰ ਕਹਿਣਾ ਕੀਤਾ, ਗੁਰ ਕੀ
ਅਰ ਗੁਰ ਸਿੱਖਨ ਕੇਰੀ। ਤਾਂ ਉਹ ਬੱਚੇ ਜਿਹੜੇ ਸੀ, ਜਦੋਂ ਪਾਤਸ਼ਾਹ ਜੀ ਨੇ ਕਿਹਾ ਸਿੱਖੀ ਜਿਹੜੀ ਆ ਉਹ ਸਾਬਤ ਰੱਖਣੀ ਹੈ, ਸਿੱਖੀ ਵਿੱਚ ਪਰਪੱਕ ਰਹਿਣਾ ਹੈ, ਤੇ ਬੱਚੀ ਦੋਵੇਂ ਹੱਥ ਜੋੜ ਕੇ ਬੋਲੀ, ਕਹਿਣ ਲੱਗੀ ਪਾਤਸ਼ਾਹ ਗੁਰੂ ਸਾਹਿਬ ਜੀ ਆਪ ਜੀ ਦੀ ਤੇ ਆਪ ਜੀ ਦੇ ਸਿੱਖਾਂ ਦੀ ਜੋ ਸੇਵਾ ਹੈ, ਨਿਜ ਕਰ ਸੇਵਾ ਕਰੋ ਕਨੇਰੀ। ਤੇ ਮੈਂ ਨਿਜ ਬੜੇ ਪ੍ਰੇਮ ਨਾਲ ਸੇਵਾ ਕਰਦੀ ਸੀ। ਪਤਾ ਨਹੀਂ ਇਹ ਕੈਸਾ ਭਾਣਾ ਵਾਪਰਿਆ, ਕਿਵੇਂ ਹੋ ਗਿਆ। ਪਾਤਸ਼ਾਹ ਜੀ ਮੈਂ ਬੜਾ ਹਿੱਤ ਧਾਰ ਕੇ ਆਪ ਜੀ ਦੀ ਸੇਵਾ ਕਰਦੀ ਹਾਂ। ਉਰ ਪ੍ਰਤੀਤ ਮੈਂ ਧਰੋਂ ਵਡੇਰੇ। ਤੇ ਪਾਤਸ਼ਾਹ ਹਿਰਦੇ ਦੇ ਅੰਦਰ ਮੈਂ ਪੂਰਨ ਪ੍ਰਤੀਤ ਜਿਹੜੀ ਹੈ ਉਹ ਧਾਰਨ ਕੀਤੀ ਹੋਈ ਹੈ। ਓਟ ਆਸਰਾ ਗੁਰ ਤੁਮ ਮੇਰੇ। ਇਹ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਮੇਰੇ ਓਟ ਤੇ ਆਸਰਾ ਹੋ। ਆਪ ਜੀ ਦਾ ਹੀ ਸਹਾਰਾ, ਆਪ ਜੀ ਦਾ ਹੀ ਓਟ ਤੇ ਆਸਰਾ ਹੈ। ਬਖਸ਼ ਲਿਓ ਹਮ ਤੁਮਰੀ ਸ਼ਰਨੀ। ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਈ ਹਾਂ। ਬੱਚੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਹੈ, ਪਾਤਸ਼ਾਹ ਪਤਾ ਨਹੀਂ ਕੈਸਾ ਕੋਈ ਕਰਮ ਅੱਗੇ ਆ ਗਿਆ ਜਿਹਦੇ ਕਾਰਨ ਇਹ ਸਾਰਾ ਕੁਝ ਵਾਪਰਿਆ। ਮੇਰੇ ਅੰਦਰ ਪੂਰਨ ਪ੍ਰਤੀਤ ਆਪ ਜੀ ਤਾਈ ਹੈ ਪਾਤਸ਼ਾਹ, ਅਤੇ ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਈ ਹਾਂ। ਕਿਰਪਾ ਕਰਕੇ ਮੇਰਾ ਕੋਈ ਵੀ ਜਿਹੜਾ ਔਗਣ ਹੈ ਉਹ ਬਖਸ਼ ਲਵੋ। ਪਤਤਨ ਪਾਵਨਤਾ ਬਿਦ ਬਰਨੀ। ਪਤਤ ਪਾਵਨ, ਜਿਹੜੇ ਆਪ ਜੀ ਨੀਚਾਂ ਨੂੰ ਪਵਿੱਤਰ ਕਰਨ ਵਾਲੀ ਵਿਧੀ ਦਾ ਵਰਣਨ ਕਰਦੇ ਹੋ। ਨੀਚਾਂ ਨੂੰ ਪਵਿੱਤਰ ਕਰਨ ਵਾਲੇ ਹੋ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਪਾਤਸ਼ਾਹ, ਜਿਹੜੀ ਵਿਧੀ ਆਪ ਜੀ ਦੀ ਹੈ। ਸੁਨ ਕਰ ਸਿੱਖ ਸਿੱਖਣੀ ਸੇਵਾ। ਤੇ ਹੁਣ ਜਦੋਂ ਸੁਣਿਆ ਸਿੱਖੀ ਨੇ, ਇਸ ਸਿੱਖਣੀ ਬੱਚੀ ਨੇ ਦੱਸਿਆ, ਸਿੱਖ ਦੀ ਬੱਚੀ ਨੇ, ਕਿ ਇਸ ਪ੍ਰਕਾਰ ਦੇ ਨਾਲ ਮੈਂ ਪ੍ਰੇਮ ਭਾਵਨਾ ਨਾਲ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੀ ਹਾਂ, ਇਹਦੀ ਸੇਵਾ ਦੇ ਬਾਬਤ ਸੁਣ ਕਰਕੇ ਕਰੀ ਪ੍ਰਸੰਨ ਪਏ ਗੁਰਦੇਵਾ। ਤੇ ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ, ਇਹਦੇ ਤੇ ਪ੍ਰਸੰਨਤਾ ਕੀਤੀ ਹੈ ਪਾਤਸ਼ਾਹ ਜੀ ਨੇ। ਮਸਤਕ ਟੇਕ ਉਪਾਇਨ ਦੀਨੀ। ਇਸ ਬੱਚੇ ਨੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਭੇਟਾ ਅਰਪਣ ਕੀਤੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਖੁਸ਼ੀ ਤਿਨੋ ਪ੍ਰਤ ਸਤਿਗੁਰ ਕੀਨੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਰਿਵਾਰ ਨੂੰ, ਸਮੁੱਚੇ ਪਰਿਵਾਰ ਤੇ ਖੁਸ਼ੀਆਂ ਕੀਤੀਆਂ ਹਨ, ਆਪਣੀ ਖੁਸ਼ੀ ਨਦਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ। ਕਯੋ ਸਿੱਖਣੀਏ ਸੁਨੋ ਭਵਿੱਖ। ਹੁਣ ਭਵਿੱਖ ਦੇ ਬਾਬਤ ਇਸ ਬੱਚੀ ਨੂੰ ਗੁਰੂ ਸਾਹਿਬ ਪਾਤਸ਼ਾਹ ਜੀ ਦੱਸਣ ਲੱਗੇ ਨੇ ਕਿ ਐ ਬੇਟਾ ਆਉਣ ਵਾਲਾ ਭਵਿੱਖ ਦਾ ਜਿਹੜਾ ਸਮਾਂ ਹੈ, ਕਿਉਂਕਿ ਅਜੇ 7 ਜਨਮ ਤੂੰ ਲੈਣੇ ਨੇ, 7 ਜਨਮ ਜਿਹੜੇ ਤੇਰੇ ਅੱਗੇ ਹੋਣੇ ਨੇ, ਉਹ ਭਵਿੱਖ ਦੇ ਬਾਬਤ ਗੁਰੂ ਸਾਹਿਬ ਪਾਤਸ਼ਾਹ ਜੀ ਇਸ ਬੱਚੀ ਨੂੰ ਦੱਸ ਰਹੇ ਨੇ। ਆਪ ਜੀ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੇ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ। ਆਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਅੰਮ੍ਰਿਤ ਬਾਣੀ ਹਰ ਹਰ ਤੇਰੇ, ਅੰਮ੍ਰਿਤ ਬਾਣੀ ਹਰ ਹਰ ਤੇਰੇ। ਅੰਮ੍ਰਿਤ ਬਾਣੀ ਹਰ ਹਰ ਤੇਰੇ, ਅੰਮ੍ਰਿਤ ਬਾਣੀ ਹਰ ਹਰ ਤੇਰੇ। ਸੁਣ ਸੁਣ ਹੋਵੇ ਪਰਮ ਗਤ ਮੇਰੇ, ਸੁਣ ਸੁਣ ਹੋਵੇ ਪਰਮ ਗਤ ਮੇਰੇ। ਸੁਣ ਸੁਣ ਹੋਵੇ ਪਰਮ ਗਤ ਮੇਰੇ, ਸੁਣ ਸੁਣ ਹੋਵੇ ਪਰਮ ਗਤ ਮੇਰੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ